ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਪ੍ਰਭ। ਅੱਜ ਦੇ ਪੋਡਕਾਸਟ ਦੇ ਵਿੱਚ ਸਾਡੇ ਕੋਲ ਇੱਕ ਸਪੈਸ਼ਲ ਗੈਸਟ ਹੈਗੇ ਆ ਜਸਕਰਨ ਭਾਟੀਆ, ਹੂ ਇਜ਼ ਦ ਓਨਰ ਆਫ ਐਗਜ਼ੈਕਟਿਵ ਰੀਅਲ ਐਸਟੇਟ ਸਰਵਿਸਿਜ਼ ਅਲਬਰਟਾ, ਜਿਨ੍ਹਾਂ ਦੀ ਬਹੁਤ ਲੰਬੀ ਕਹਾਣੀ ਹੈ ਫॉर ਰੀਅਲ ਐਸਟੇਟ ਵਿਦ ਐਨ 8 years of experience। ਅੱਜ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਐਂਡ ਲੈਟਸ ਵੈਲਕਮ ਹਿਮ ਟੂ ਦ ਪੋਡਕਾਸਟ। Thank you, Prab. Thank you for the warm welcome. I'm happy to be here. ਹੋਰ ਭਾਜੀ ਕੀ ਹਾਲ ਆ ਤੁਹਾਡੇ? ਬਹੁਤ ਵਧੀਆ ਹਾਲ, ਬਹੁਤ ਵਧੀਆ। ਰੀਅਲ ਏਸਟੇਟ ਮਾਰਕੀਟ ਥੋੜੀ ਸਲੋ ਹੈ ਬਟ ਅਸੀਂ ਲੱਗੇ ਹੋਏ ਆ। ਬਟ ਜੋ ਮੈਂ ਅੱਜ ਕੱਲ ਚੀਜ਼ ਦੇਖ ਪਾ ਰਿਹਾ ਹਾਂ ਹੈਗਾ ਕਿ ਮਾਰਕੀਟ ਸਲੋ ਹੈ ਬਟ ਜਿਹੜੇ ਸਕਸੈਸਫੁਲ ਰੀਅਲ ਐਸਟੇਟ ਏਜੰਟਸ ਹੈ ਦੇ ਆਰ ਸਟਿਲ ਸੇਇੰਗ ਦੇ ਆਰ ਬਿਜ਼ੀ। ਐਬਸੋਲੂਟਲੀ, ਐਂਡ ਦੈਟਸ ਟਰੂ ਫॉर ਐਵਰੀ ਇੰਡਸਟਰੀ। ਜਿਹੜੇ ਲੋਕੀ ਕੰਸਿਸਟੈਂਟਲੀ ਆਪਣੇ ਡੇਲੀ ਟਾਸਕਸ ਕਰਦੇ ਰਹਿੰਦੇ ਆ ਉਹਨਾਂ ਨੇ ਥਰੂ ਆਊਟ ਬਿਜ਼ੀ ਰਹਿਣਾ। ਉਹਨਾਂ ਨੂੰ ਫਰਕ ਪਏਗਾ ਜ਼ਰੂਰ, ਮਾਰਕੀਟ ਅਪ ਐਂਡ ਡਾਊਨ ਹੁੰਦੀ ਰਹਿੰਦੀ ਹੈ, ਦੈਟਸ ਪਾਰਟ ਆਫ ਬੀਇੰਗ ਇਨ ਐਨੀ ਇੰਡਸਟਰੀ, ਇਨ ਐਨੀ ਬਿਜ਼ਨਸ। ਬਟ ਜਦੋਂ ਤੁਸੀਂ ਕੰਸਿਸਟੈਂਟਲੀ ਕੰਮ ਕਰ ਰਹੇ ਹੋ ਤੁਹਾਡੇ ਜਿਹੜੇ ਅਪ ਐਂਡ ਡਾਊਨ ਹੁੰਦੇ ਆ ਥੋੜੇ ਜਿਹੇ ਲੈਵਲ ਅਪ ਹੋ ਜਾਂਦੇ ਆ। ਸੋ ਯੂ ਆਰ ਰਾਈਟ, ਟੌਪ ਪਰਫਾਰਮਰਸ ਕਹਿ ਲਓ ਜਾਂ ਜਿਹੜੇ ਐਕਸਪੀਰੀਅੰਸ ਰੀਅਲਟਰਸ ਕਹਿ ਲਓ ਜਿਨ੍ਹਾਂ ਨੇ ਅਪ ਐਂਡ ਡਾਊਨ ਦੇਖੇ ਹੋਏ ਆ, ਦੇ ਆਰ ਡੂਇੰਗ ਡੀਸੈਂਟ ਸਟਿਲ। ਓਕੇ, ਸੋ ਭਾਜੀ ਹੁਣ ਤੁਸੀਂ ਇਸ ਚੀਜ਼ ਬਾਰੇ ਆਪਾਂ ਗੱਲ ਕਰ ਰਹੇ ਹਾਂ, ਸੋ ਆਪਾਂ ਭਾਜੀ ਇਸ ਚੀਜ਼ ਤੋਂ ਸ਼ੁਰੂ ਕਰਦੇ ਹਾਂ ਕਿ ਜਿਹੜੀ ਮਾਰਕੀਟ ਡਾਊਨ ਹੈ, ਮਾਰਕੀਟ ਡਾਊਨ ਦਾ ਮਤਲਬ ਕੀ ਹੈ, ਰਾਈਟ? ਜਿਹੜੇ ਆਪਣੇ ਵਿਊਅਰਸ ਆ ਭਾਜੀ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਲੱਗ ਰਹੀ ਮਾਰਕੀਟ ਡਾਊਨ ਕੀ ਹੈ। ਉਹਨਾਂ ਨੂੰ ਲੱਗਦਾ ਕਿ ਜਿਹੜਾ ਘਰ ਸੀਗਾ 5 ਲੱਖ ਦਾ, ਰਾਈਟ, ਵੱਧ ਤੋਂ ਵੱਧ 480 ਦਾ ਜਾਂ ਹੋਰ ਵੀ ਘੱਟ ਹੈ। ਤੁਸੀਂ ਥੋੜੀ ਆਪਣੀ ਚਾਨਣਾ ਪਾਓ। ਸੋ ਜਦੋਂ ਆਪਾਂ ਕਹਿੰਦੇ ਆ ਐਜ਼ ਰੀਅਲ ਏਸਟੇਟ ਪ੍ਰੋਫੈਸ਼ਨਲਸ ਕਿ ਮਾਰਕੀਟ ਥੋੜੀ ਡਾਊਨ ਹੈ, ਉਹਦਾ ਇਹ ਮਤਲਬ ਹੁੰਦਾ ਯੂਜੂਲੀ ਕਿ ਸੇਲਸ ਥੋੜੀ ਘੱਟ ਗਈ। ਓਕੇ, ਬਿਕਾਜ਼ ਐਟ ਦ ਐਂਡ ਆਫ ਦ ਡੇ ਰੀਅਲਟਰਸ ਨੂੰ ਫਰਕ ਉਦੋਂ ਪਤਾ ਲੱਗਣ ਲੱਗ ਜਾਂਦਾ ਜਦੋਂ ਪੇਚੈਕ 'ਚ ਫਰਕ ਆ ਜਾਂਦਾ। ਓਕੇ, ਸੋ ਉਸ ਚੀਜ਼ ਨੂੰ ਜੇ ਆਪਾਂ ਬ੍ਰੇਕ ਡਾਊਨ ਕਰੀਏ, ਸੇਲਸ ਘੱਟ ਹੈ। ਸੇਲਸ ਕਿਉਂ ਘੱਟ ਹੁੰਦੀਆਂ? ਇਟਸ ਬੇਸਿਕ ਇਕਨੋਮਿਕਸ। ਜਦੋਂ ਡਿਮਾਂਡ ਘੱਟ ਹੁੰਦੀ ਹੈ ਤੇ ਸਪਲਾਈ ਬਹੁਤ ਹਾਈ ਹੁੰਦੀ ਹੈ, ਸੇਲਸ ਘੱਟ ਜਾਂਦੀ ਹੈ। ਠੀਕ, ਕਿਉਂਕਿ ਇੰਨੇ ਘਰ ਮਾਰਕੀਟ 'ਚ ਹੈਗੇ ਆ ਜਿਹਨੂੰ ਅਸੀਂ ਇਨਵੈਂਟਰੀ ਕਹਿੰਦੇ ਆ, ਹਾਂਜੀ, ਉਨੀ ਡਿਮਾਂਡ ਨਹੀਂ ਹੈਗੀ, sales automatically cut ho jangiyan. So that is what's happening with Calgary right now. We have lots and lots of inventory, which is shifting right now a little bit as ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ maybe ਜਦੋਂ ਤੱਕ ਇਹ ਰਿਲੀਜ਼ ਹੋਏ ਮਾਰਕੀਟ ਹੋਰ ਚੇਂਜ ਹੋ ਜਾਏ, ਬਹੁਤ ਛੇਤੀ ਚੇਂਜ ਹੁੰਦੀ ਹੈ। ਬਟ as of August end 2025 ਮਾਰਕੀਟ ਡਾਊਨ ਦਾ ਇਹ ਮਤਲਬ ਹੈ ਕਿ ਸੇਲਸ ਡਾਊਨ ਹੈ, ਇਨਵੈਂਟਰੀ ਹਾਈ ਹੈ ਬਟ ਇੰਨੀ ਡਿਮਾਂਡ ਹਜੇ ਨਹੀਂ ਹੈਗੀ। ਸੋ ਦੈਟ ਇਜ਼ ਵਾਟ ਇਟ ਮੀਨਸ ਵੈਨ ਰੀਅਲਟਰਸ ਟੈਲ ਯੂ ਕਿ ਜੀ ਮਾਰਕੀਟ ਥੋੜੀ ਡਾਊਨ। ਓਕੇ, ਹੁਣ ਭਾਜੀ ਹੋਰ ਕੁਐਸਚਨ ਹੈ ਇਹਦੇ ਵਿੱਚੋਂ ਮੇਰਾ, ਇਹ ਜਿਹੜੇ ਬਿਲਡਰ ਦੇ ਪ੍ਰਾਈਸਿੰਗ ਹੁੰਦੇ ਆ, ਬਿਕੋਜ਼ ਕੈਲਗਰੀ ਦੇ ਵਿੱਚ ਬਹੁਤ ਕਮਿਊਨਿਟੀਜ਼ ਬਣ ਰਹੀ ਹੈ, ਰਾਈਟ? ਕਰੈਕਟ। I don't know about Ontario or any other parts of Canada, but ਮੈਂ ਕੈਲਗਰੀ 'ਚ ਰਹਿੰਦਾ, ਮੈਂ ਦੇਖਦਾ ਕਿ ਕਮਿਊਨਿਟੀਜ਼ ਬਣ ਰਹੀਆਂ, ਬਿਲਡਰਸ ਨਵੀਂ ਕਮਿਊਨਿਟੀਜ਼ ਕੱਟੀ ਜਾ ਰਹੇ ਆ, ਘਰ ਬਣਾਈ ਜਾ ਰਹੇ ਆ। ਸੋ ਜਦੋਂ ਇੱਕ ਬਾਇਰ ਘਰ ਲੈਣ ਜਾਂਦਾ ਤੇ ਇੱਕ ਰੀਸੇਲ ਪ੍ਰੋਪਰਟੀ ਐਂਡ ਬਿਲਡਰ ਦੇ ਜਿਹੜਾ ਪ੍ਰਾਈਸਿਸ 'ਚ ਫਰਕ ਹੁੰਦਾ, ਉਹਦਾ ਕੀ ਮਤਲਬ ਹੁੰਦਾ? ਵਾਈ ਇਜ਼ ਦੈਟ? ਇਹ ਵਾਲਾ ਜਿਹੜਾ ਫਰਕ ਆਉਂਦਾ ਯੂਜੂਲੀ ਅਗੇਨ ਡਿਮਾਂਡ ਐਂਡ ਸਪਲਾਈ ਤੋਂ ਆਉਂਦਾ। ਓਕੇ, ਇਸ ਟਾਈਮ ਬਿਲਡਰਸ ਕੰਪੈਰੀਟਿਵਲੀ ਫਿਰ ਵੀ ਥੋੜਾ ਬਿਜ਼ੀ ਹੈ ਬਿਕਾਜ਼ ਆਫ ਦ ਫਸਟ ਟਾਈਮ ਹੋਮ ਬਾਇਰ ਰਿਬੇਟ ਜਿਹੜਾ GST ਰਿਬੇਟ ਚੱਲ ਰਿਹਾ 5% ਦਾ। ਓਕੇ, ਉਹਦੇ ਕਾਰਨ ਬਿਲਡਰਸ ਆਰ ਸਟਿਲ ਅ ਲਿਟਲ ਬਿਟ ਬਿਜ਼ੀ ਕਿ ਫਸਟ ਟਾਈਮ ਹੋਮ ਬਾਇਰਸ ਆਰ ਪ੍ਰੈਫਰਿੰਗ ਕਿ ਉਹ ਨਵਾਂ ਹੀ ਕਰ ਲੈਣ ਬਿਲਡਰ ਦੇ ਥਰੂ। ਓਕੇ, ਜਿਹੜੇ ਤੇ ਇਸ ਕਾਰਨ ਜਿਹੜੇ ਪੁਰਾਣੇ ਘਰ ਹੈ ਜੋ ਰੀਸੇਲ ਮਾਰਕੀਟ 'ਚ ਹੈ ਉਹ ਹੋਰ ਸਲੋ ਡਾਊਨ ਹੋ ਗਏ। ਓਕੇ, ਸੋ ਲਾਈਕ ਆਈ ਸੇ ਆਲਵੇਜ਼ ਕਿ ਡਿਮਾਂਡ ਐਂਡ ਸਪਲਾਈ ਦੀ ਗੇਮ ਹੈ। ਹੁਣ ਡਿਮਾਂਡ ਬਿਲਡਰਸ ਵੱਲ ਥੋੜੀ ਜ਼ਿਆਦਾ ਹੈ, ਸੋ ਉਹਨਾਂ ਦੇ ਪ੍ਰਾਈਸਿਸ ਘੱਟ ਹੋ ਰਹੇ ਆ ਬਟ ਇੰਨੀ ਕੰਸਿਸਟੈਂਟਲੀ ਨਹੀਂ ਘੱਟ ਹੋ ਰਹੇ ਜਿੰਨੇ ਰੀਸੇਲ ਮਾਰਕੀਟ 'ਚ ਹੋ ਰਹੇ। ਰੀਸੇਲ ਮਾਰਕੀਟ 'ਚ ਡਿਮਾਂਡ ਹੋਰ ਘੱਟ ਹੈ ਥੋੜੀ। ਸੋ ਫॉर एग्जांपल ਹਾਊਸਸ that we've seen and sold in last year for around 630 640 are close to mid 500s, right? Okay, so ਇੰਨਾ ਵੱਡਾ ਫਰਕ ਆ ਚੁੱਕਾ ਹੈ। I don't see it going down consistently because like I was saying inventory ਘਟ ਰਹੀ ਹੈ ਬਟ ਹੁਣ ਥੋੜੀ ਲੈਵਲ ਅਪ ਹੋ ਰਹੀ ਹੈ। ਓਕੇ, ਜਿੱਦਾਂ ਹੀ ਇਨਵੈਂਟਰੀ ਤੇ ਜੋ ਡਿਮਾਂਡ ਹੈ ਉਹ ਮੈਚ ਅਪ ਹੋਗੀ, ਪ੍ਰਾਈਸਿਸ ਘਟਨੇ ਬੰਦ ਹੋ ਜਾਣਗੇ। ਓਕੇ, and then slowly inventory will come in, demand will start to move and the prices would usually ਜੋ real estate ਨਾਲ ਹੁੰਦਾ prices tend to go up again. ਓਕੇ, ਸੋ ਮੈਨੂੰ ਜੋ ਲੱਗਦਾ ਇਹ ਸਟਾਕ ਮਾਰਕੀਟ ਵਾਂਗੂ ਹੀ ਹੈ। ਸਿਮਿਲਰ ਸਟਾਕ ਮਾਰਕੀਟ 'ਚ ਮੈਨੂੰ ਲੱਗਦਾ ਅਪ ਐਂਡ ਡਾਊਨ ਬਹੁਤ ਛੇਤੀ ਹੁੰਦਾ ਡੇਲੀ ਬੇਸਿਸ ਤੇ। ਰੀਅਲ ਏਸਟੇਟ 'ਚ ਉਹ ਵਾਲਾ ਜਿਹੜਾ ਪੀਕ ਹੈ ਤੇ ਜਿਹੜਾ ਫਿਰ ਥੱਲੇ ਆਉਂਦਾ ਉਹ ਥੋੜਾ ਜਿਹਾ ਲੰਬਾ ਹੁੰਦਾ, ਉਹ ਟਾਈਮ ਗੈਪ ਬਹੁਤ ਲੰਬਾ ਪੈਂਦਾ। ਮੈਨੂੰ ਇਹ ਲੱਗਦਾ ਕਿ ਅਰਾਊਂਡ ਅਕਤੂਬਰ ਨਵੰਬਰ ਲਾਸਟ ਈਅਰ ਜੋ ਐਕਟਿਵ ਰੀਅਲਟਰਸ ਆ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਦਿਸ ਇਜ਼ ਵਾਟਸ ਗੋਇੰ ਟੂ ਹੈਪਨ ਇਨ 2025, ਇਟਸ ਗੋਇੰ ਟੂ ਬੀ ਅ ਸਲੋ ਮਾਰਕੀਟ। ਉਹਨਾਂ ਨੂੰ ਆਲਰੇਡੀ ਪਤਾ ਸੀ। ਠੀਕ ਹੈ, ਬਿਕੋਜ਼ ਸਾਨੂੰ ਸਾਈਨਸ ਮਿਲਣ ਲੱਗ ਜਾਂਦੇ, ਇਨਵੈਂਟਰੀ ਬਹੁਤ ਜ਼ਿਆਦਾ ਵੱਧ ਰਹੀ ਹੈ। ਠੀਕ ਹੈ, ਕਾਰਨਰਸਟੋਨ ਦਾ ਮੈਂ ਐਗਜ਼ਾਮਪਲ ਦਿੰਦਾ। ਕਾਰਨਰਸਟੋਨ 'ਚ ਹੁਣ ਇੱਕ ਟਾਈਮ ਤੇ ਇੰਨੇ ਇਨਵੈਸਟਰਸ ਨੇ ਇੰਨਾ ਕੁਝ ਬੁੱਕ ਕਰ ਲਿਆ ਸੀਗਾ, ਵੀ ਨਿਊ ਕਿ ਯਾਰ ਮਾਰਚ ਅਪ੍ਰੈਲ 'ਚ ਸਾਰੀ ਇਨਵੈਂਟਰੀ ਮਾਰਕੀਟ ਤੇ ਆ ਜਾਣੀ ਹੈ।
ਤੇ ਮਾਰਕੀਟ 'ਚ ਇੰਨੀ ਇਨਵੈਂਟਰੀ ਹੋਏਗੀ ਤੇ ਪ੍ਰਾਈਸਿਸ ਤਾਂ ਘੱਟ ਹੋਣਗੇ ਬਿਲਕੁਲ। So we as real estate professionals knew, and that's why we were, at least good realtors were diverting away a lot of investors या जिन्होंने ने flip करना सी कि हजे ना करो, it's not the right market to do it. Okay. On the contrary, it's a very good time for first time home buyers right now. ਓਕੇ, ਬਿਕੋਜ਼ ਉਹ ਰਿਬੇਟ ਕਰਕੇ ਹਰ ਬੰਦੇ ਨੂੰ ਹੁੰਦਾ ਕਿ ਯਾਰ ਸਾਡਾ 5% ਜੇ ਬਚਦਾ, ਕਿਉਂਕਿ ਅਲਬਰਟਾ ਦੇ ਤਾਂ ਟੈਕਸ ਹੀ 5% ਦਾ। ਰਾਈਟ, ਜੇ ਤੁਸੀਂ ਉਹ 5% ਇਜ਼ ਐਬਸੋਲੂਟਲੀ ਅ ਬਿਗ ਇਨਸੈਂਟਿਵ, ਬਟ ਉਹਦੇ ਇਲਾਵਾ ਆਈ ਥਿੰਕ ਜਿਹੜਾ 10% ਦਾ ਆਲਮੋਸਟ 10% ਦਾ ਡ੍ਰੌਪ ਆ ਗਿਆ ਪ੍ਰਾਈਸ ਦੇ ਵਿੱਚ। ਓਕੇ, that is making a bigger impact as well. ਸੋ ਇਹ ਮੇਨੀ ਜਿਹੜਾ 5% ਦਾ ਰਿਬੇਟ ਹੈ, ਇਹ ਮੇਨੀ ਸਰਕਾਰ ਤੁਹਾਨੂੰ ਆਹੀ ਕਹਿ ਰਹੀ ਕਿ ਤੁਸੀਂ ਬਿਲਡਰਸ ਤੋਂ ਜਾ ਕੇ ਕਰ ਲਓ, ਰਾਈਟ? ਬਿਕੋਜ਼ ਤੁਸੀਂ ਰੀਸੇਲ ਪ੍ਰਾਪਰਟੀ 'ਚੋਂ 5% ਨਹੀਂ ਕਲੇਮ ਕਰ ਸਕਦੇ, ਰਾਈਟ? ਇਹ ਕਰ ਸਕਦੇ ਹੋ? ਨਹੀਂ, ਰੀਸੇਲ ਪ੍ਰਾਪਰਟੀ 'ਚ ਤੁਸੀਂ 5% ਨਹੀਂ ਕਲੇਮ ਕਰ ਸਕਦੇ। ਹਜੇ ਜੋ ਗਵਰਨਮੈਂਟ ਆਫ ਕੈਨੇਡਾ ਨੇ, ਫੈਡਰਲ ਗਵਰਨਮੈਂਟ ਨੇ ਇਹ ਚੀਜ਼ ਐਜ਼ ਅ ਇਲੈਕਸ਼ਨ ਕੈਂਪੇਨ ਪ੍ਰੋਮਿਸ ਕੀਤੀ ਸੀ, ਜੋ ਲਿਬਰਲ ਸਰਕਾਰ ਨੇ ਕੀਤੀ ਸੀ, ਐਂਡ ਦੇ ਹੈਵ ਸੈਡ ਕਿ ਦਿਸ ਇਜ਼ ਕਮਿੰਗ ਅਪ, ਬਟ ਦੇ ਹੈਵ ਨਾਟ ਗਿਵਨ ਅਸ ਐਨੀ ਪ੍ਰੋਸੈਸ। ਓਕੇ, ਸੋ ਸਰਕਾਰੀ ਕੰਮ ਹੈ, ਰਾਈਟ? ਸੋ ਹਜੇ ਟਾਈਮ ਲੱਗੇਗਾ ਪ੍ਰੋਸੈਸ ਆਉਂਦੇ ਹੋਏ, ਬਟ ਉਹਨਾਂ ਨੇ ਇਹ ਕਹਿਤਾ ਕਿ ਆਈ ਬਿਲੀਵ May 27th ਤੋਂ ਜਿਹੜੇ ਨਵੇਂ ਪਰਚੇਜ਼ ਐਗਰੀਮੈਂਟਸ ਹੈ ਫॉर ਬਿਲਡਰਸ, ਉਹਦੇ ਤੇ 5% GST ਰਿਬੇਟ ਮਿਲੇਗੀ, ਬਟ ਸਿਰਫ ਬਿਲਡਰਸ ਦੇ ਥਰੂ। ਉਹਦੇ ਦੋ ਰੀਜ਼ਨਸ ਆ। ਇੱਕ ਰੀਜ਼ਨ ਤੇ ਇਹ ਹੈ ਕਿ ਆਫ ਕੋਰਸ ਟੂ ਬੂਸਟ ਦੈਟ ਅਫੋਰਡੇਬਿਲਿਟੀ ਫॉर ਦ ਫਸਟ ਟਾਈਮ ਹੋਮ ਬਾਇਰਸ। ਦੂਜਾ, ਦੈਟ ਗਿਵਸ ਦ ਬਿਲਡਰ ਅ ਬੂਸਟ ਐਸ ਵੈਲ, ਕਿਉਂਕਿ ਬਹੁਤ ਵੱਡਾ ਇੱਕ ਕੈਂਪੇਨ ਪ੍ਰੋਮਿਸ ਇਹ ਵੀ ਸੀਗਾ ਕਿ ਅਸੀਂ ਜ਼ਿਆਦਾ ਘਰ ਬਿਲਡ ਕਰਾਵਾਂਗੇ। ਵੀ ਆਰ ਵੈਰੀ ਸ਼ਾਰਟ ਔਨ ਇਨਵੈਂਟਰੀ ਐਜ਼ ਅ ਹੋਲ, ਰਾਈਟ? ਐਜ਼ ਅ ਹੋਲ ਇਫ ਯੂ ਲੁੱਕ ਐਟ ਦ ਲੌਂਗ ਟਰਮ ਪਿਕਚਰ, ਜਿੰਨੇ ਲੋਕਾਂ ਨੂੰ, ਜਿੰਨੀ ਇੱਥੇ ਪੋਪੂਲੇਸ਼ਨ ਹੈ, ਉਹਨੇ ਘਰ ਨਹੀਂ ਬਣਦੇ ਈਅਰ ਓਵਰ ਈਅਰ, ਘਰ ਹੀ ਨਹੀਂ ਬਣਦੇ ਜ਼ਿਆਦਾ। ਉਹ ਬੂਸਟ ਕਰਨ ਲਈ ਬਿਲਡਰਸ ਨੂੰ ਵੀ ਬੂਸਟ ਮਿਲਦਾ ਹੈ ਕਿ ਯਾਰ ਓਕੇ, ਉਹਨਾਂ ਕੋਲ ਟ੍ਰੈਫਿਕ ਜਾਏਗਾ, ਆਫ ਕੋਰਸ ਦੇ ਵਿਲ ਇਨਵੈਸਟ ਮੋਰ ਮਨੀ, ਦੇ ਵਿਲ ਬਿਲਡ ਮੋਰ ਹਾਊਸਸ, ਜੋ ਫਸਟ ਟਾਈਮ ਹੋਮ ਬਾਇਰਸ ਨੂੰ ਵੀ ਹੈਲਪ ਕਰ ਰਹੀ ਹੈ ਤੇ ਬਿਲਡਰਸ ਨੂੰ ਵੀ ਹੈਲਪ ਕਰ ਰਹੀ ਹੈ ਟੂ ਬਿਲਡ ਮੋਰ ਹਾਊਸਸ। ਓਕੇ, ਸੋ ਵੈਰੀ ਜ਼ਰੂਰੀ ਕਮਿਊਨਿਟੀ ਬਿਲਡਰ ਬਣਾਉਂਦਾ, ਠੀਕ ਹੈ? ਉਹਦੇ ਵਿੱਚ ਸਕੂਲਸ ਆਣੇ ਹੁੰਦੇ ਆ, ਕਮਿਊਨਿਟੀ ਹਬਸ ਆਣੇ ਹੁੰਦੇ ਆ, ਪਲਾਜ਼as ਆਣੇ ਹੁੰਦੇ ਆ, ਉਹ ਸਾਰਾ ਬਿਲਡਰ ਡਿਜ਼ਾਈਨ ਕਰਕੇ ਕਰਦਾ। ਬਿਕੋਜ਼ ਇੱਕ ਚੀਜ਼ ਮੈਂ ਆਹ ਦੇਖੀ ਹੈ ਕਿ some people think if they are in one part of Calgary, the other part would be not as good as that, ਕਿ ਉੱਥੇ ਆ ਚੀਜ਼ਾਂ ਨਹੀਂ ਹੋਣਗੀਆਂ, ਬਟ ਜੋ ਮੈਂ ਦੇਖਿਆ ਚੀਜ਼ਾਂ ਹੁੰਦੀਆਂ। ਸੋ ਇਹ ਪਲੈਨਿੰਗ ਕੌਣ ਸਿਟੀ ਕਰਦਾ? ਸਿਟੀ ਪਲੈਨਿੰਗ ਤਾਂ ਸਿਟੀ ਕਰਦੀ ਹੈ ਆਫ ਕੋਰਸ, ਬਟ ਜੋ ਕਮਿਊਨਿਟੀ ਡਿਵੈਲਪ ਕਰਦਾ ਉਹ ਬਿਲਡਰ ਨਹੀਂ ਕਰਦਾ, ਉਹ ਡਿਵੈਲਪਰ ਕਰਦਾ। ਓਕੇ, ਸੋ ਐਵਰੀ ਕਮਿਊਨਿਟੀ ਹੈਜ਼ ਅ ਬਿਗ developer. That can be like Genesis Land is a developer. Brookfield is a developer. There are multiple developers who work across North America. Okay. ਹੁਣ ਉਹ developer ਨੇ ਇੱਕ ਤਰ੍ਹਾਂ ਦਾ ਉਹ land ਲੈ ਲਿਆ ਪੂਰਾ, and then they give and sell some of that land to builders. Okay. ਕੁਛ ਉਹ ਆਪ ਵੀ build ਕਰ ਲੈਂਦੇ ਆ, ਕੁਛ ਉਹ ਅੱਗੇ ਦੇ ਦਿੰਦੇ ਕਿ ਤੁਸੀਂ build ਕਰੋ। Okay. ਹੁਣ ਜੋ ਸਿਟੀ ਪਲੈਨਿੰਗ ਕਰਦੀ ਹੈ, ਡਿਵੈਲਪਰ ਇੱਕ ਪਲਾਨ ਸਬਮਿਟ ਕਰਦਾ ਹੈ ਕਿ ਇਹ ਸਾਡਾ ਪਲਾਨ ਹੈ ਫॉर ਦਿਸ ਕਮਿਊਨਿਟੀ, ਇੱਥੇ ਪਾਰਕਸ ਹੋਣਗੇ, ਇੱਦਾਂ ਰੋਡਸ ਹੋਣਗੀਆਂ, ਦਿਸ ਇਜ਼ ਵਾਟ ਵੀ ਆਰ ਪਲੈਨਿੰਗ, ਕਿ ਇੱਥੇ ਕਮਿਊਨਿਟੀ ਸੈਂਟਰ ਹੋਏਗਾ, ਇੱਥੇ ਆਪਾਂ ਸਕੂਲ ਬਣਾਵਾਂਗੇ। ਓਕੇ, ਐਂਡ ਦੈਨ ਦ ਸਿਟੀ ਓਕੇਜ਼ ਐਵਰੀਥਿੰਗ, ਐਂਡ ਦੈਨ ਉਹਦੀ ਸਰਵਿਸਿੰਗ ਹੁੰਦੀ ਹੈ ਲੈਂਡ ਦੀ, ਐਂਡ ਦੈਨ ਦੇ ਸਟਾਰਟ ਟੂ ਬਿਲਡ ਹਾਊਸਸ। ਓਕੇ, ਸੋ ਇਟਸ ਅ ਵੈਰੀ ਬਿਗ ਪ੍ਰੋਸੈਸ। ਲੋਕਾਂ ਨੂੰ ਲੱਗਦਾ ਕਿ ਘਰ ਹੀ ਬਣਾਈ ਜਾਂਦੇ। ਆਈ ਐਮ ਗਲੈਡ ਵੀ ਸਪੋਕ ਅਬਾਊਟ ਦਿਸ, ਕਿਉਂਕਿ ਇਟ ਇਜ਼ ਅ ਬਿਗ ਪ੍ਰੋਸੈਸ, ਐਂਡ ਉਹਦੇ ਵਿੱਚ ਰੈਡ ਟੇਪ ਬਹੁਤ ਜ਼ਿਆਦਾ, ਜਿਹਨੂੰ ਅਸੀਂ ਬਿਊਰੋਕ੍ਰੇਸੀ ਕਹਿੰਦੇ ਆ। ਓਕੇ, ਬਹੁਤ ਜ਼ਿਆਦਾ ਬਿਊਰੋਕ੍ਰੇਸੀ ਹੈ, ਸਪੈਸ਼ਲੀ ਇਨ ਕੈਨੇਡਾ। ਅ ਲੋਟ ਆਫ ਪੀਪਲ ਆਸਕ ਮੀ ਦਿਸ ਕੁਐਸਚਨ ਕਿ ਯਾਰ US ਚ ਘਰ ਇੰਨੇ ਸਸਤੇ ਆ, ਕੈਨੇਡਾ ਚ ਇੰਨੇ ਮਹਿੰਗੇ ਕਿਉਂ ਆ? ਜੀ, ਮੇਰਾ ਇੱਕ ਕੁਐਸਚਨ ਤੁਹਾਨੂੰ ਉਹ ਵੀ ਸੀਗਾ, ਕਿਉਂਕਿ ਨਾ ਅੱਜ ਕੱਲ੍ਹ ਆਪਾਂ ਰੀਅਲਟਰਸ ਜਿਹੜੇ US ਦੇ ਆ, ਡੈਲਸ ਟੈਕਸਸ ਦੀਆਂ ਵੀਡੀਓਜ਼ ਦੇਖਦੇ ਆ, 4-4 ਲੱਖ ਦੇ ਵਿੱਚ ਏਡੇ ਵੱਡੇ ਵੱਡੇ ਘਰ, ਜਿਹੜਾ ਕਿ 5.5 ਲੱਖ ਬਣ ਜਾਏਗਾ ਵੱਧ ਤੋਂ ਵੱਧ ਕੈਨੇਡਾ ਦਾ। ਇੱਥੇ 5.5 ਦੇ ਵਿੱਚ ਵੀ ਬੇਅਰਲੀ ਗੈਟ ਟਾਊਨ ਔਰ ਡਿਊਪਲੈਕਸ ਅ ਗੁੱਡ ਪ੍ਰਾਈਸ, ਰਾਈਟ? ਉਹਦਾ ਬਹੁਤ ਵੱਡਾ ਰੀਜ਼ਨ ਇੱਕ ਤਾਂ ਹੈ ਕਿ ਇੱਥੇ ਰੈਡ ਟੇਪ ਤੇ ਬਿਊਰੋਕ੍ਰੇਸੀ ਬਹੁਤ ਜ਼ਿਆਦਾ ਹੈ। ਜਿਹੜਾ ਡਿਵੈਲਪਰ ਜਦੋਂ ਕੋਈ ਲੈਂਡ ਲੈ ਲੈਂਦਾ, ਜਾਂ ਯੂ ਐਜ਼ a single person wants to build a house, ਤੁਸੀਂ ਇੱਕ ਘਰ ਲੈ ਲਿਆ ਜਾਂ ਇੱਕ ਲੋਟ ਲੈ ਲਿਆ, ਉਹਨੂੰ ਜੇ ਘਰ ਲਿਆ ਤੇ ਉਹਨੂੰ ਐਕਸਕੇਵੇਟ ਕਰਕੇ ਤੁਸੀਂ ਨਵਾਂ ਘਰ ਬਣਾਉਣਾ। if you go through the permitting process of it all, you will realize why is it so expensive here. The land is not that expensive. It's the process of building the house and the time it takes, because permits may be ਸਸਤੇ ਹੋਣ, ਬਟ ਉਹ ਆਉਣ ਨੂੰ ਜਿੰਨਾ ਟਾਈਮ ਲੈ ਰਿਹਾ, ਹੋਲਡਿੰਗ ਕਾਸਟ ਤਾਂ ਵਧੀ ਜਾ ਰਹੀ ਹੈ। ਇੱਕ ਡਿਵੈਲਪਰ ਨੇ ਇੰਨਾ ਵੱਡਾ ਚੰਕ ਆਫ ਲੈਂਡ ਲੈ ਲਿਆ, ਜੇ ਉਹਨੂੰ 2 ਸਾਲ ਉੱਥੇ ਸਰਵਿਸਿਜ਼ ਪਾਉਣ ਦੀ ਨਹੀਂ ਪਰਮਿਸ਼ਨ ਮਿਲ ਰਹੀ, ਉਹ 2 ਸਾਲ ਦੀ ਕਾਸਟ ਵੀ ਤਾਂ ਐਡ ਕਰੇਗਾ ਘਰ ਬਣਾਉਣ ਦੇ ਵਿੱਚ। ਸੋ ਇਟਸ ਕੈਨੇਡਾ ਤੇ US ਦੇ ਵਿੱਚ ਲੈਂਡ ਦੇ ਵਿੱਚ ਮੇ ਵੀ ਬਹੁਤ ਵੱਡਾ ਫਰਕ ਨਹੀਂ ਹੈ, ਲੇਬਰ ਦੇ ਵਿੱਚ ਬਹੁਤ ਵੱਡਾ ਫਰਕ ਨਹੀਂ ਹੈ, ਪਾਰਟਸ ਦੇ ਵਿੱਚ ਬਹੁਤ ਵੱਡਾ ਫਰਕ ਨਹੀਂ ਹੈ। ਇਟ ਇਜ਼ ਦ ਬਿਊਰੋਕ੍ਰੇਸੀ। ਜੋ ਹੋਲਡਿੰਗ ਕਾਸਟ ਹੈ, ਉੱਥੇ ਘਰ ਬਣਾਉਣਾ ਬਹੁਤ ਸੌਖਾ ਹੈ, ਬਹੁਤ ਤੇਜ਼ੀ ਨਾਲ ਹੋ ਜਾਂਦਾ ਹੈ, ਇੱਥੇ ਘਰ ਬਣਾਉਣ ਨੂੰ ਬਹੁਤ ਟਾਈਮ ਲੱਗਦਾ, ਸਰਕਾਰੀ ਟਾਈਮ ਬਹੁਤ ਜ਼ਿਆਦਾ। ਐਗਜ਼ੈਕਟਲੀ। ਸੋ ਉਸ ਰੈਡ ਟੇਪ ਨੂੰ ਜਾਂ ਬਿਊਰੋਕ੍ਰੇਸੀ ਨੂੰ ਜੋ ਟਾਈਮ ਲੱਗਦਾ ਹੈ, ਉਹ ਹੋਲਡਿੰਗ ਕਾਸਟ ਹਰ ਇੱਕ ਡਿਵੈਲਪਰ ਦੀ ਵੱਧਦੀ ਹੈ, ਇਨ ਟਰਨ ਦ ਕੰਜ਼ਿਊਮਰ ਪੇਸ ਫॉर दैट। ਸੋ ਹੁਣ ਕੀ ਹੋ ਰਿਹਾ ਕਿ ਇਹ ਚੀਜ਼ ਇੰਨੇ
ਸਾਲਾਂ ਤੋਂ ਚੱਲਦੀ ਆ ਰਹੀ ਹੈ। ਜੇ ਤੁਸੀਂ ਪ੍ਰਭ ਘਰ ਲੈ ਲਿਆ 6 ਲੱਖ ਦਾ ਜੀ, ਡੀਟੈਚਡ ਹਾਊਸ ਲੈ ਲਿਆ, ਸਟਾਰਟਰ ਹੋਮ 6 ਲੱਖ ਦਾ ਲੈ ਲਿਆ, ਠੀਕ ਹੈ ਜੀ। ਹੁਣ ਤੁਸੀਂ ਕਹੋ ਜੀ ਅਸੀਂ ਰੈਡ ਟੇਪ ਘਟਾ ਦਾਂਗੇ, ਅਸੀਂ ਸਭ ਕੁਝ ਕਰ ਦਾਂਗੇ, ਅਸੀਂ ਘਰ ਹੋਰ ਅਫੋਰਡੇਬਲ ਕਰ ਦਾਂਗੇ। ਨਾਓ ਦੈਟ $600,000 ਹਾਊਸ ਲੈਟਸ ਸੇ ਇਜ਼ ਵਰਥ 750, ਤੁਹਾਡੇ ਘਰ ਦੇ ਅੰਦਰ $1.5 ਲੱਖ ਦੀ ਆਲਮੋਸਟ ਇਕੁਇਟੀ ਪਈ ਹੈ, ਪਲੱਸ ਵਾਟ ਐਵਰ ਯੂ ਪੇਡ ਐਜ਼ ਡਾਊਨ ਪੇਮੈਂਟ ਐਂਡ ਮੌਰਗੇजेस। ਹੁਣ ਇਫ ਦੇ ਸੇ ਕਿ ਹਾਂਜੀ ਅਸੀਂ ਅਫੋਰਡੇਬਲ ਕਰ ਦਾਂਗੇ ਤੇ ਉਹ ਘਰ ਅਸੀਂ 5 ਲੱਖ ਦਾ ਕਰ ਦਾਂਗੇ, most people their biggest item on their net worth is their house. Yes. You're wiping out their net worth. So ਇਹ ਵੀ dual ਚੀਜ਼ ਹੈ ਰਾਈਟ, ਕਿ ਹੁਣ ਕਿੱਦਾਂ ਤੁਸੀਂ ਇਸ ਚੀਜ਼ ਨੂੰ ਕਰ ਸਕਦੇ ਹੋ। ਜੇ ਤੁਸੀਂ ਕਹੋਗੇ ਅਸੀਂ ਘਰ ਨੂੰ ਅਫੋਰਡੇਬਲ ਕਰ ਦਾਂਗੇ, then ਤੁਸੀਂ ਜੋ ਆਲਰੇਡੀ ਲੈ ਚੁੱਕੇ ਹੋ ਉਹਨਾਂ ਦੀ net worth wipe out ਕਰ ਰਹੇ ਹੋ। So that's why it is just going to stay like this. Okay. ਕੈਨੇਡਾ 'ਚ ਪ੍ਰਾਈਸਿੰਗ ਕਦੀ ਵੀ US ਜਿੰਨੀ ਨਹੀਂ ਹੋ ਸਕਦੀ ਹੁਣ, because we are too far out now. Okay. ਉਹ that ship has sailed now. We are not there anymore. All we can hope for is ਕਿ ਜਿੱਦਾਂ ਇਹ prices ਵੱਧ ਰਹੇ ਉਹ ਥੋੜੇ ਜਿਹਾ slow down ਹੋ ਜਾਏ ਤਾਂ ਕਿ it catches up with other markets. Right. US 'ਚ ਤੇਜ਼ੀ ਨਾਲ ਵੱਧ ਰਹੇ ਹੈ, ਇੱਥੇ ਜੇ ਥੋੜੇ slowly ਵਧਣਗੇ ਤੇ eventually ਫਰਕ it will be very similar. Yeah. Right. So that's what we can hope for. ਮੈਂ ਆਪਣੀ ਇੱਕ ਚੀਜ਼ ਫਿਗਰ ਆਊਟ ਕੀਤੀ ਹੈ, ਜਿਹੜੀ ਰੀਅਲ ਸਟੇਟ ਹੈ ਹਰ ਕੰਟਰੀ ਦੀ ਡਿਫਰੈਂਟ ਹੈ। ਬਿਕੋਜ਼ ਰੀਸੈਂਟਲੀ ਮੈਂ ਆਸਟ੍ਰੇਲੀਆ ਵਿਜ਼ਿਟ ਕੀਤਾ ਸੀ। ਅੱਛਾ ਭਾਜੀ ਉੱਥੇ ਨਾ ਬਿਲਕੁਲ ਹੀ ਡਿਫਰੈਂਟ। ਜਿਹੜਾ ਤੁਸੀਂ ਘਰ ਇੱਥੇ ਰੈਗੂਲਰ ਲੈ ਲੈਂਦੇ ਹੈਗੇ $1 ਮਿਲੀਅਨ ਦਾ ਐਗਜ਼ਾਮਪਲ ਦਿੰਨਾ, ਟ੍ਰਿਪਲ ਕਾਰ ਗਰਾਜ ਹੋ ਗਿਆ 2700 3000 ਸਕੁਅਰ ਫੀਟ, ਭਾਜੀ ਦੈਟ ਹਾਊਸਸ ਸਟਾਰਟ ਫਰਮ $4 million to $5 million। ਅੱਛਾ, ਆਈ ਡਿਡਨਟ ਨੋ ਦੈਟ। ਉਹ ਚੀਜ਼ ਮੈਂ ਤਾਂ ਫਿਗਰ ਆਊਟ ਹੋ ਗਈ, ਬਟ ਉੱਥੇ ਉਹਦਾ ਰੀਜ਼ਨ ਆ ਵੀ ਆ, ਉੱਥੇ ਸੈਲਰੀਜ਼ ਬਹੁਤ ਜ਼ਿਆਦਾ, the wages are higher, very high. So ਇੱਥੇ an average ਬੰਦਾ good earning maybe a businessman or a salary guy in IT or anywhere can earn around $100,000, correct, maybe 130. yeah. ਉੱਥੇ average for this profession they earn around $200,000 to $300,000. So 2 ਤੋਂ 3 ਲੱਖ ਸੈਲਰੀ ਹੈ ਉੱਥੇ। ਓਕੇ, ਸੋ ਉਹੀ ਗੱਲ ਆ ਗਈ ਨਾ ਕਿ ਅਲਟੀਮੇਟਲੀ ਹਰ ਇੱਕ ਕੰਟਰੀ ਨੇ ਆਪਣਾ ਸਿਸਟਮ ਇੱਕ ਤਰ੍ਹਾਂ ਦਾ ਸੈੱਟ ਕਰ ਲਿਆ ਤੇ ਉਹ ਬਸ ਉਸ ਹਿਸਾਬ ਨਾਲ ਤੁਰੀ ਜਾ ਰਿਹਾ। ਹੁਣ ਆਸਟ੍ਰੇਲੀਆ 'ਚ ਇਟਸ ਨਾਟ ਲਾਈਕਲੀ ਕਿ ਇੰਨੀ ਵੈਲਿਊ ਲੈਂਡ ਦੀ ਜ਼ਿਆਦਾ ਹੋਏਗੀ ਕੰਪੇਅਰ ਟੂ ਕੈਨੇਡਾ ਔਰ US। ਵੈਰੀ ਸਿਮਿਲਰ, ਦੇ ਵੈਰੀ ਸਿਮਿਲਰ ਕੰਟਰੀਜ਼ ਇਨ ਨਹੀਂ ਸਿਮਿਲਰ ਭਾਜੀ, ਉਹਦੇ ਵਿੱਚ ਵੀ ਇਦਾਂ ਹੀ ਆ। ਡਾਊਨਟਾਊਨ ਹੈ, ਦੈਨ ਦੇਰ ਆਰ ਸਬਰਬਸ, ਰਾਈਟ, ਜਿਹਦਾ ਆਪਣਾ ਕੈਲਗਰੀ ਡਾਊਨਟਾਊਨ ਹੈ, ਐਂਡ ਦੈਨ ਦੇਰ ਇਜ਼ ਸਿਟੀਸਕੇਪ, ਸਵਾਨਾ, these are suburbs, correct, ਕਿ 10-15-20 ਮਿੰਟ ਦੂਰ ਹੈ। ਸੇਮ ਥਿੰਗ ਇਜ਼ ਓਵਰ देयर, ਕਮਿਊਨਿਟੀਜ਼ ਬਣੀਆਂ ਹੋਈਆਂ, ਪਾਰਕਸ ਹੈਗੇ ਆ, ਦੈਨ ਦੇਰ ਆਰ ਕਮਰਸ਼ੀਅਲ ਪਲਾਜ਼ਾਸ, ਐਂਡ ਦੈਨ ਦੇਰ ਆਰ ਪਲਾਜ਼ਾ ਜਿਹਦੇ ਵਿੱਚ ਸਾਰੇ ਹੈਲਥ ਕੇਅਰ ਦੇ ਹੈਗੇ। ਸੋ ਸਿਮਿਲਰ ਕੰਸੈਪਟ, ਰਾਈਟ, ਫॉर ਸ਼ੋਰ। ਉੱਥੇ ਵੈਦਰ ਕੰਡੀਸ਼ਨਸ ਆਰ ਮਚ ਬੈਟਰ, ਮੇਬੀ ਦੈਟ ਇਜ਼ ਵਨ ਆਫ ਦ ਰੀਜ਼ਨ ਕਿ ਉਹਨਾਂ ਦੀ ਵੇਜਸ ਵੀ ਹਾਈ ਹੈ, ਪ੍ਰੋਪਰਟੀਜ਼ ਵੀ ਹਾਈ ਹੈ, ਬਟ ਸਿਮਿਲਰ ਕੰਸੈਪਟ, ਮੈਨੂੰ ਕੁਝ ਖਾਸ ਫਰਕ ਨਹੀਂ ਲੱਗਾ। ਹਾਂ ਨਹੀਂ, ਆਈ ਮੀਨ ਲਾਈਕ ਆਈ ਸੈਡ ਕਿ ਹੋ ਸਕਦਾ ਐਵਰੀ ਕੰਟਰੀ ਇਜ਼ ਡਿਫਰੈਂਟ ਇਨ ਦੈਟ ਸੈਂਸ। ਜੇ ਉਹਨਾਂ ਨੇ ਉਹ ਸਿਸਟਮ ਸੈੱਟ ਕਰ ਲਿਆ ਤੇ ਉਹ ਸਾਲਾਂ ਤੋਂ ਚੱਲਦਾ ਆ ਰਿਹਾ। ਨਾਓ ਇਫ ਦ ਹਾਊਸ ਇਜ਼ $4 million ਤੇ ਮੈਜੋਰਿਟੀ ਲੋਕਾਂ ਨੇ ਉਸ ਕਮਿਊਨਿਟੀ 'ਚ $4 million ਦਾ ਘਰ ਲਿਆ ਹੋਇਆ, ਉਹ ਇੱਕ ਬੇਸ ਸੈੱਟ ਹੋ ਜਾਏਗਾ। ਦੇ ਕੈਨੋਟ ਕਮ ਬੈਕ ਐਂਡ ਸੇ ਅਸੀਂ ਅਫੋਰਡੇਬਿਲਿਟੀ ਕਰ ਦਾਂਗੇ, ਅਸੀਂ $2 million ਦਾ ਇਹ ਘਰ ਕਰ ਦਾਂਗੇ, ਦੈਨ ਇਟਸ ਡਿਸਸਰਵਿਸ ਟੂ ਪੀਪਲ ਹੂ ਇਨਵੈਸਟਡ ਇਨ ਰੀਅਲ ਏਸਟੇਟ ਬਿਫੋਰ। ਸੋ ਉਹ ਇੱਕ ਸਿਸਟਮ ਹੈ, ਉਹ ਚੱਲਦਾ ਰਹੇਗਾ। ਯੂ ਨੋ ਜੋ ਆਪਾਂ ਓਨਟਾਰੀਓ 'ਚ ਦੇਖਿਆ, ਦੈਟ ਇਜ਼ ਅ ਵੈਰੀ ਗੁੱਡ ਲੈਸਨ ਫॉर ਅਸ ਐਜ਼ ਵੈਲ ਕਿ ਕੁਝ ਸਿਟੀਜ਼ ਓਵਰਹਾਈਪਡ ਹੁੰਦੀਆਂ, ਬਟ ਉਹ ਵੀ ਜਦੋਂ ਡਾਊਨ ਆਉਂਦੀਆਂ ਦੇ ਕਮ ਡਾਊਨ ਸਿਗਨੀਫਿਕੈਂਟਲੀ, ਬਟ ਆਫਟਰ ਅ ਸਰਟਨ ਪੁਆਇੰਟ ਉੱਥੇ ਵੀ ਸਟੱਡੀ ਹੋ ਜਾਂਦਾ ਹੈ। ਹਾਂ, ਇਹ ਤਾਂ ਫॉर ਸ਼ੋਰ। ਸੋ ਓਨਟਾਰੀਓ 'ਚ ਵੀ ਇਹੀ ਹੋਇਆ ਕਿ ਜਦੋਂ ਬਬਲ ਸੀਗਾ, ਐਵਰੀਬਡੀ ਨਿਊ ਦੈਟ ਦਿਸ ਇਜ਼ ਅ ਬਬਲ, ਐਵਰੀਬਡੀ ਨਿਊ ਕਿ ਇਹ ਸਿਟੀ ਇੰਨੀ ਵਰਥ ਨਹੀਂ ਹੈਗੀ। ਟੋਰਾਂਟੋ ਤਾਂ ਛੱਡ ਦੋ, ਬਰੈਂਪਟਨ, ਮਿਸਿਸਾਗਾ, ਹੈਮਿਲਟਨ, ਨਾਇਆਗਰਾ, ਉਹ ਸਿਟੀਜ਼ ਇੰਨੀਆਂ ਵਰਥ ਨਹੀਂ ਸੀਗੀਆਂ ਜਿੰਨੇ ਤੇ ਉੱਥੇ ਘਰ ਵਿਕ ਰਹੇ ਸੀ, ਰਾਈਟ। ਐਵਰੀਬਡੀ ਨਿਊ ਅਬਾਊਟ ਇਟ, ਬਟ ਲੋਕੀ ਇਨਵੈਸਟ ਕਰੀ ਗਏ ਐਂਡ ਇਵੈਂਚੁਅਲੀ ਇਟ ਕੇਮ ਡਾਊਨ ਟੂ ਦ ਪੁਆਇੰਟ ਵੇਅਰ ਨਾਓ ਆਈ ਫੀਲ ਦ ਪ੍ਰਾਈਸ ਇਜ਼ ਵਾਟ ਇਟਸ ਵਰਥ, ਰਾਈਟ। ਤਾਂ ਹੀ ਹੁਣ ਪ੍ਰਾਈਸਿਸ ਉੱਥੇ ਵੀ ਕਾਫੀ ਹੱਦ ਤੱਕ ਸਟੱਡੀ ਹੋ ਚੁੱਕੇ ਹੈ। ਵਿਦ ਕੈਲਗਰੀ ਦੈਟ ਹੈਪਨਡ ਇਨ 2022, it became overhyped because of investors. ਅਸੀਂ ਜਿੰਨੇ ਦੇ ਘਰ 2022 ਚ ਦੇਖ ਰਹੇ ਸੀ, ਉਹਨੇ ਦੇ ਮੇਬੀ ਕੈਲਗਰੀ ਦੇ ਘਰ ਵਰਥ ਨਹੀਂ ਸੀ। Okay, ਕਿਉਂਕਿ ਇੱਥੇ ਲੋਟ ਸਾਈਜ਼ਸ ਛੋਟੇ ਹੈ, ਇੱਥੇ ਬਿਲਡ ਕੁਆਲਿਟੀ ਇਜ਼ ਨਾਟ ਐਜ਼ ਗੁੱਡ ਐਜ਼ ਓਨਟਾਰੀਓ। ਓਕੇ, ਰਾਈਟ। ਹਾਂ, ਉਹ ਤਾਂ ਮੈਂ ਇੱਕ ਚੀਜ਼ ਫਿਗਰ ਆਊਟ ਕੀਤੀ, ਇੱਥੇ ਮੋਸਟਲੀ ਵਾਈਨਲ ਲੋਕੀ ਪ੍ਰੈਫਰ ਕਰਦੇ ਆ, ਪ੍ਰੈਫਰ ਨਹੀਂ ਕਰਦੇ, ਬਿਲਡਰ ਪ੍ਰੈਫਰ ਕਰਦਾ ਸਸਤਾ, ਕਿਉਂਕਿ ਉੱਥੇ ਸਟੱਕੋ ਚੱਲਦੀ ਹੈ ਜਾਂ ਬ੍ਰਿਕਸ ਚੱਲਦੀ ਹੈ। ਆਈ ਡੋਨਟ ਨੋ, ਬਾਕੀ ਤੁਸੀਂ ਦੱਸ ਸਕਦੇ ਹੋ ਕਿ ਉੱਥੇ ਕੀ ਚੱਲਦਾ, ਬਟ ਉਹ ਚੀਜ਼ ਮੈਂ ਵੀ ਫਿਗਰ ਆਊਟ ਕੀਤੀ। ਇੱਥੇ ਕੀ ਹੈ ਕਿ ਹੁਣ ਕੈਲਗਰੀ ਇੱਕ ਬਹੁਤ ਟਫ ਸਪੌਟ 'ਚ ਹੈ, ਕਿਉਂਕਿ ਕੈਲਗਰੀ ਨੇ ਆਪਣੇ ਆਪ ਨੂੰ ਐਡਵਰਟਾਈਜ਼ ਕਰ ਲਿਆ ਐਜ਼ ਐਨ ਅਫੋਰਡੇਬਲ ਸਿਟੀ। ਯੈਸ, ਸੋ ਜਦੋਂ ਤੁਹਾਡਾ ਸੈਲਿੰਗ ਪੁਆਇੰਟ ਹੀ ਆਇਆ ਕਿ ਅਸੀਂ ਅਫੋਰਡੇਬਲ ਸਿਟੀ ਆ, ਜੇ ਤੁਸੀਂ ਪ੍ਰਾਈਸ ਵਧਾਓਗੇ, ਯੂ ਨੋ ਲੋਂਗਰ ਆਰ ਅਟਰੈਕਟਿਵ ਟੂ ਇਨਵੈਸਟਰਸ ਔਰ ਫਸਟ ਟਾਈਮ ਹੋਮ ਬਾਇਰਸ, ਰਾਈਟ। ਬਟ ਪ੍ਰਾਈਸਿਸ ਤਾਂ ਵਧ ਰਹੇ ਹੈ। ਹਾਊ ਡੂ ਯੂ ਸਟੇ ਰੈਲੇਵੈਂਟ, ਹਾਊ ਡੂ ਯੂ ਸਟੇ ਅਟਰੈਕਟਿਵ ਇਜ਼ ਬਾਈ ਕਟਿੰਗ ਡਾਊਨ ਦ ਕਾਸਟ। ਸੋ ਲੋਟ ਸਾਈਜ਼ਸ ਛੋਟੇ ਹੋ ਗਏ ਕੰਪੇਅਰ ਟੂ 4500 ਸਕੁਅਰ ਫੁੱਟ ਦੇ ਲੋਟ, ਹੁਣ 3500 3000 ਸਕੁਅਰ ਫੁੱਟ ਤੇ ਰਹਿ ਗਏ। ਸੋ ਲੋਟ ਸਾਈਜ਼ ਛੋਟੇ ਹੋ ਗਏ, ਜ਼ੀਰੋ ਲੋਟ ਲਾਈਨ ਆ ਗਏ,
ਰਾਈਟ, ਜਸਟ ਟੂ ਸਟੇ ਅਫੋਰਡੇਬਲ। ਘਰਾਂ ਦੇ ਸਾਈਜ਼ ਛੋਟੇ ਹੋ ਗਏ। ਵੀ ਸਟਾਰਟਡ ਸੀਇੰਗ 11-1200 ਸਕੁਆਇਰ ਫੀਟ ਡੀਟੈਚਡ ਹਾਊਸਸ ਕੈਲਗਰੀ ਦੇ ਵਿੱਚ 2 ਸਟੋਰੀ, ਜੋ ਕਦੇ ਦੇਖੇ ਹੀ ਨਹੀਂ ਸੀ। ਹੁਣ ਤੁਸੀਂ ਸਬਰਬ ਦੀ ਗੱਲ ਕਰ ਰਹੇ ਸੀ, ਚੈਸਟਰਮੇਅਰ ਇਜ਼ ਅ ਸਬਰਬਨ ਏਰੀਆ, ਉੱਥੇ 1200 ਸਕੁਆਇਰ ਫੁੱਟ ਦੇ ਡੀਟੈਚ ਘਰ ਵਿਕ ਰਹੇ ਇਨ ਅ ਸਬਰਬ ਏਰੀਆ, ਰਾਈਟ। ਸੋ ਜਸਟ ਟੂ ਕੀਪ ਇਟ ਅਫੋਰਡੇਬਲ, ਕਿਉਂਕਿ ਪ੍ਰਾਈਸਿਸ ਤਾਂ ਵੱਧ ਗਏ ਹੈ, ਬਟ ਇਹਨਾਂ ਦਾ ਪੁਆਇੰਟ ਇਹ ਹੈ ਕਿ ਅਸੀਂ ਜੀ 5 ਲੱਖ ਤੱਕ ਹੀ ਰੱਖਣਾ ਹੈ, ਕਿਉਂਕਿ ਦੈਟ ਇਜ਼ ਵਾਟ ਮੇਕਸ ਅਸ ਅਟਰੈਕਟਿਵ ਟੂ ਇਨਵੈਸਟਰਸ। ਉਹਨਾਂ ਨੇ ਘਰਾਂ ਦੇ ਸਾਈਜ਼ ਘਟਾਤੇ, ਲੋਟ ਸਾਈਜ਼ ਘਟਾਤੇ, ਜ਼ੀਰੋ ਡਾਟ ਲਾਈਨ ਲਾਏ ਜਸਟ ਟੂ ਸਟੇ ਐਟ ਦੈਟ ਪ੍ਰਾਈਸ ਪੁਆਇੰਟ, ਵਿਚ ਇਜ਼ ਅ ਡਿਸਸਰਵਿਸ ਐਜ਼ ਵੈਲ ਟੂ ਟੂ ਦ ਸਿਟੀ, ਕਿਉਂਕਿ ਤੁਸੀਂ ਕੀ ਬਣਾ ਰਹੇ ਹੋ, ਡੱਬੇ ਬਣਾਈ ਜਾ ਰਹੇ ਹੋ। ਰਾਈਟ, ਕਿਉਂਕਿ ਉਹਨਾਂ ਨੇ ਫਸਟ ਟਾਈਮ ਹੋਮ ਬਾਇਰ ਅਟਰੈਕਟ ਕਰਨੇ ਆ, ਇਨਵੈਸਟਰ ਅਟਰੈਕਟ ਕਰਨੇ ਆ, ਉਹਨਾਂ ਨੂੰ ਕੀ ਫਰਕ ਪੈ ਰਿਹਾ? ਉਹਨਾਂ ਨੂੰ ਤਾਂ ਪਹਿਲੀ ਗੱਲ ਇਨਵੈਸਟਰ ਨੂੰ ਫਰਕ ਨਹੀਂ ਪੈ ਰਿਹਾ, ਫਸਟ ਟਾਈਮ ਹੋਮ ਬਾਇਰਸ ਨੂੰ ਨੌਲੇਜ ਨਹੀਂ ਹੁੰਦੀ ਦੇ, ਹਾਂ ਉਹਨਾਂ ਵਾਸਤੇ ਤਾਂ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਕਿ ਅਸੀਂ ਕਰ ਲੈ ਰਹੇ ਹਾਂ। ਖੁਸ਼ੀ ਵੀ ਹੁੰਦੀ ਹੈ, ਪਲੱਸ ਇਟਸ ਅ ਵੈਰੀ ਸਟ੍ਰੈਸਫੁਲ ਪ੍ਰੋਸੈਸ। ਫਸਟ ਟਾਈਮ ਹੋਮ ਬਾਇਰਸ ਨੰਬਰ 1 ਇਜ਼ ਕਿ ਫਾਈਂਡਿੰਗ ਅ ਟਰਸਟਡ ਪਰਸਨ ਜੋ ਉਹਨਾਂ ਨੂੰ ਗਾਈਡ ਕਰ ਸਕੇ ਪ੍ਰੋਪਰਲੀ, ਦੈਟਸ ਵੈਰੀ ਸਟ੍ਰੈਸਫੁਲ। ਉਸ ਤੋਂ ਬਾਅਦ ਦ ਹੋਲ ਪ੍ਰੋਸੈਸ ਇਜ਼ ਬ੍ਰੈਂਡ ਨਿਊ ਫॉर them, ਸੋ ਇਟ ਇਜ਼ ਵੈਰੀ ਸਟ੍ਰੈਸਫੁਲ। ਹਾਂ, ਮੈਂ ਸਮਝਦਾ ਕਿ ਉਹਨਾਂ ਨੂੰ ਨੌਲੇਜ ਥੋੜੀ ਘੱਟ ਹੁੰਦੀ ਹੈ, ਬਟ ਦੈਟਸ ਵੇਅਰ ਵੀ ਕਮ ਇਨ ਐਜ਼ ਰੀਅਲਟਰਸ, ਵੀ ਆਰ देयर ਟੂ ਗਿਵ them the knowledge ਕਿ ਬਈ ਇਹ ਚੀਜ਼ ਠੀਕ ਹੈ, ਇਹ ਚੀਜ਼ ਠੀਕ ਨਹੀਂ ਹੈ, ਡੋਂਟ ਬਾਈ ਦਿਸ ਹਾਊਸ, ਬਾਈ ਦਿਸ ਹਾਊਸ। ਜੇ ਤੁਸੀਂ ਇਹ ਲੈ ਰਹੇ ਹੋ ਤਾਂ ਇਹਦੇ ਪ੍ਰੋਜ਼ ਐਂਡ ਕੌਨਸ ਹੈ। ਦੈਟ ਸ਼ੁੱਡ ਬੀ ਹਾਊ ਇਟ ਇਜ਼, ਬਿਕੋਜ਼ ਜਦੋਂ ਕੋਈ ਨਵਾਂ ਬੰਦਾ ਹੁੰਦਾ ਜਿਹਨੇ ਘਰ ਲੈਣਾ, ਦੇ ਡੋਂਟ ਨੋ ਐਨੀਥਿੰਗ, they don't know। मैं अपनी ही गल करदा, मैंने कुछ भी नहीं पता सीगा unless until I researched, because हर बंदे every first time home buyer cannot research, they cannot get everything from the market, they need someone professional who जो ਉਹਨਾਂ ਦੀ ਹੈਲਪ ਕਰ ਸਕਦਾ, ਰਾਈਟ, ਕਿ ਤੁਹਾਡੇ ਗੋਲਸ ਕੀ ਹੈ। ਬਿਕੋਜ਼ ਕਈ ਫਸਟ ਟਾਈਮ ਹੋਮ ਬਾਇਰਸ ਦੀ ਆ ਵੀ ਸੋਚ ਹੈ ਕਿ ਮੈਂ ਤਾਂ ਰੈਂਟ ਤੇ ਰਹਿਣਾ, ਬਟ ਮੈਂ ਘਰ ਲੈ ਕੇ ਇਨਵੈਸਟਮੈਂਟ ਕਰ ਦੇਣੀ ਹੈ। ਬਥੇਰੇ ਦੀ ਸੋਚ ਹੁੰਦੀ ਹੈ ਕਿ ਮੈਂ ਇਕੱਲਾ ਬੰਦਾ ਵਾਂ, ਮੈਂ 500-700 ਹਜ਼ਾਰ ਡਾਲਰ ਰੈਂਟ ਪੇ ਕਰਕੇ ਮੈਂ ਆਪਣਾ ਰਹਿ ਸਕਦਾ, ਮੈਂ ਘਰ ਲੈ ਕੇ ਇਹਨੂੰ ਰੈਂਟ ਤੇ ਲਾ ਦਾਂਗਾ, ਮੇਰੀ ਇੱਕ ਇਨਵੈਸਟਮੈਂਟ ਬਣ ਜਾਏਗੀ। ਕੋਈ ਬੰਦੇ ਕਹਿੰਦੇ ਨਹੀਂ, ਅਸੀਂ ਘਰ ਦੇ ਵਿੱਚ ਰਹਿਣਾ, ਅਸੀਂ ਨਾਲ ਰਹਿ ਕੇ 2 ਬੰਦੇ ਰੈਂਟ ਕਰ ਲਾਂਗੇ। ਸੋ ਬਹੁਤ ਕਹਾਣੀਆਂ ਹੁੰਦੀਆਂ ਉਸ ਚੀਜ਼ ਨੂੰ ਸੁਣਨ ਵਾਸਤੇ, ਪ੍ਰੋਫੈਸ਼ਨਲਸ ਲਾਈਕ ਯੂ ਜੋ ਉਹਨਾਂ ਨੂੰ ਹੈਲਪ ਕਰ ਸਕਦੇ ਆ। ਦੈਟ ਵਾਸ ਅ ਵੈਰੀ ਗੁੱਡ ਪੁਆਇੰਟ। ਰਾਈਟ ਨੇ ਪ੍ਰੋਫੈਸ਼ਨਲਸ, ਆਈ ਮੀਨ ਰੀਅਲਟਰਸ ਆਰ ਯੂਜੂਅਲੀ देयर ਫॉर ਆਨਸਰਿੰਗ ਦ ਕੁਐਸਚਨਸ। ਸਾਡਾ ਸੇਲਸ ਜੌਬ ਘੱਟ ਹੈ, ਸੇਲਸ ਜੌਬ ਹੈ, ਬਟ ਇਟਸ to the point where you are trying to get a client, ਉਦੋਂ ਤੱਕ ਉਹ ਸੇਲਸ ਜੌਬ ਹੈ, ਉਦੋਂ ਤੱਕ ਤੁਸੀਂ ਬੇਸਿਕਲੀ ਆਪਣੀ ਸਰਵਿਸਿਜ਼ ਸੈਲ ਕਰ ਰਹੇ ਹੋ ਕਿ ਪਿਕ ਮੀ ਆਊਟ ਆਫ ਦ 8000 ਰੀਅਲਟਰਸ। ਜਦੋਂ ਤੁਸੀਂ ਉਹ ਕੰਮ ਕਰ ਲਿਆ, when you onboard a client, ਉਸ ਤੋਂ ਬਾਅਦ ਉਹ ਸੇਲਸ ਜੌਬ ਨਹੀਂ ਰਹਿ ਜਾਂਦੀ। then our job is not to convince them to buy this house, ਕਿਉਂਕਿ ਪ੍ਰੋਡਕਟ ਸਾਡਾ ਹੈ ਹੀ ਨਹੀਂ, it's a very different kind of industry, ਜੋ ਅਸੀਂ ਵੇਚ ਰਹੇ ਹਾਂ ਉਹ ਸਾਡਾ ਪ੍ਰੋਡਕਟ ਨਹੀਂ ਹੈ ਜੀ, ਰਾਈਟ। so our job is to number 1 answer all the questions, especially first time home buyers ਦੇ ਜਾਂ ਇਨਵੈਸਟਰਸ ਦੇ। secondly to make sure ਕਿ ਸਾਰਾ ਕੁਝ ethically ਹੋਏ, nobody is taking advantage of our clients, and to negotiate on their behalf. So ਉੱਥੇ ਸਾਡੀ ਜੌਬ ਆ ਜਾਂਦੀ ਹੈ। so it's, I wouldn't say it's a sales job, it's more like a customer service sort of a position where you are also their negotiator, you are their counselor, you are their financial advisor, everything in that. Absolutely, no, ਉਹੀ ਚੀਜ਼ ਹੈਗੀ ਆ। ਸੋ ਪਤਾ ਕੀ ਹੈ, ਮੋਸਟਲੀ ਤਾਂ ਪਤਾ ਨਹੀਂ ਹੁੰਦਾ how to start, right? $1 million ਤਾਂ ਕਈ ਬੰਦੇ ਨੇ ਸ਼ੁਰੂ ਹੀ ਕੀਤਾ, ਠੀਕ ਹੈ, and I don't think so that's a good start, because that is very expensive in terms of, ਅਗਰ ਆਪਾਂ ਦੇਖੀਏ ਉਹਨੂੰ, ਰਾਈਟ। ਤੁਸੀਂ ਇੱਕ ਫਸਟ ਟਾਈਮ ਹੋਮ ਬਾਇਰ ਜਾਂ ਇੱਕ ਇਨਵੈਸਟਰ ਨੂੰ ਕਿੱਦਾਂ ਕਹਿੰਦੇ ਹੋ ਸਟਾਰਟ ਕਰੇ in their real estate, and best ਚੀਜ਼ ਕਿੰਨੀ ਜਲਦੀ ਉਹਨਾਂ ਨੂੰ ਸਟਾਰਟ ਕਰਨਾ ਚਾਹੀਦਾ? ਮੈਂ ਉਹਨਾਂ ਨੂੰ ਇੰਟਰਟਵਾਈਨ ਕਰ ਦਿੰਦਾ। ਸੋ ਜਦੋਂ ਤੁਸੀਂ ਫਸਟ ਟਾਈਮ ਹੋਮ ਬਾਇਰ ਜਾਂ ਇਨਵੈਸਟਰ ਹੋ, ਲੈਟਸ ਸੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, that's where your investment journey should start. The first home you buy should not be the home ਜੋ ਤੁਹਾਡਾ ਡ੍ਰੀਮ ਹਾਊਸ ਹੈ, ਰਾਈਟ। you should start small, ਕਿਉਂਕਿ ਉਹ ਇਨਵੈਸਟਮੈਂਟ ਹੈ, ਉਹਦੇ ਵਿੱਚ ਤੁਸੀਂ ਰਹੋ 3-4 ਸਾਲ 5 ਸਾਲ ਰਹੋ, and then you buy something bigger as your life moves on. You buy something bigger and you rent the old one house, and then you move on to the bigger one, and eventually ਤੁਹਾਡੇ ਕੋਲ ਇੰਨੀ equity ਹੋਏਗੀ ਕਿ you can maybe invest into a multi-family or something. So investor ਦੀ journey start ਉਦੋਂ ਹੀ ਹੋ ਜਾਂਦੀ ਹੈ ਜਦੋਂ ਤੁਸੀਂ ਆਪਣਾ ਪਹਿਲਾ ਘਰ ਲੈਂਦੇ ਹੋ। Okay. To me, you are an investor now. जी. Right? So, ਜੇ ਤੁਸੀਂ smartly play ਕਰੋ, you would basically start off with something that you can easily afford. Maybe an apartment or a townhouse. Okay. ਜੋ ਤੁਹਾਨੂੰ ਪਤਾ ਹੈ ਕਿ ਮੈਂ easily afford ਕਰ ਲਾਂਗਾ, and in a market
ਉਸ ਟਾਈਮ ਤੇ ਵੀ ਇਹ ਸੋਚੋ ਕਿ ਯਾਰ ਕੱਲ ਨੂੰ 3 ਸਾਲ ਬਾਅਦ ਇਹ ਇੱਦਾਂ ਦੇ ਲੋਕੇਸ਼ਨ ਤੇ ਹੈ ਜਿੱਥੇ ਰੈਂਟ ਆਊਟ ਹੋ ਜਾਏਗਾ ਜੀ so you are technically thinking like an investor as a first time home buyer as well that's how I started as well ਮੈਂ ਪਹਿਲਾਂ ਆਪਣਾ ਅਪਾਰਟਮੈਂਟ ਲਿਆ ਸੀਗਾ 2016 ਦੇ ਵਿੱਚ ਜੀ ਟੈਰਾਡੇਲ ਚ ਲਿਆ ਸੀਗਾ ਬਿਗ ਰੀਜ਼ਨ ਵਾਸ ਕਿ I knew ਕਿ ਟੈਰਾਡੇਲ ਚ ਅਪਾਰਟਮੈਂਟ ਹੈਗਾ ਕਲੋਜ਼ ਟੂ ਅਮੈਨਿਟੀਜ਼ ਕਦੀ ਖਾਲੀ ਨਹੀਂ ਰਹੇਗਾ and that was true with that apartment ਜੀ ਉਸ ਤੋਂ ਬਾਅਦ I wasn't married at that time so we got married and we moved into a house ਉਹਨੂੰ rent ਕਰਤਾ and now we are in that house now we have kids now I'm planning to buy a bigger house most likely I'll rent this one out as well because there's upstairs we have a separate unit downstairs there's a basement suite so ਜਦੋਂ ਮੈਂ ਅਪਾਰਟਮੈਂਟ ਲਿਆ ਸੀਗਾ ਮੇਰੀ ਜਰਨੀ ਇਨਵੈਸਟਮੈਂਟ ਦੀ ਉੱਥੋਂ ਹੀ ਸਟਾਰਟ ਹੋ ਗਈ ਸੀ ਕਿ ਮੈਨੂੰ ਪਤਾ ਸੀ ਕਿ ਇਹ ਘਰ ਮੇਰੀ ਇਨਵੈਸਟਮੈਂਟ ਹੀ ਹੈ ਮੈਂ 2-3 ਸਾਲ 'ਚ ਇੱਥੋਂ ਨਿਕਲ ਰਿਹਾ ਸੋ ਕਹਿਣ ਦਾ ਮਤਲਬ ਜਦੋਂ ਵੀ ਤੁਸੀਂ ਘਰ ਲੈਂਦੇ ਹੋ ਪਹਿਲੇ ਤੁਸੀਂ ਆਪਣੇ ਅਗਲੇ 5 ਸਾਲ ਦੇ ਨੰਬਰਸ ਕੈਲਕੂਲੇਟ ਕਰ ਲੈਂਦੇ ਹੋ yes ਰਾਈਟ ਕਿ ਮਾਈ ਨੈਕਸਟ 5 years should be like this let's say you move out yes ਐਂਡ ਤੁਹਾਡੇ ਜੋ ਮਹੀਨੇ ਦੇ ਖਰਚੇ ਹੈ ਤੁਸੀਂ ਉਹਨੂੰ ਪਲਾਨ ਆਊਟ ਕਰ ਲੈਂਦੇ ਹੋ correct Right? so absolutely so it has to make sense at that time ਕਿ ਅੱਜ ਦੇ ਰੈਂਟ ਦੇ ਹਿਸਾਬ ਨਾਲ ਮੌਰਗੇਜ ਦੇ ਹਿਸਾਬ ਨਾਲ ਸਾਰੇ ਦੇ ਹਿਸਾਬ ਨਾਲ is it leaving me anything or is it breaking even at least if it is you should go for it start as early as possible don't wait ਜਿੱਦਾਂ ਤੁਸੀਂ ਕਹਿ ਰਹੇ ਸੀ ਕਿ $1 million ਦਾ ਉਹਨਾਂ ਨੇ ਘਰ ਸਟਾਰਟ ਕੀਤਾ maybe in Ontario that is the case but at least in Calgary don't wait for saving up for that $1 million down payment ਕਿਉਂਕਿ ਤੁਹਾਨੂੰ ਹੁਣ ਜੇ ਤੁਸੀਂ ਅੱਜ ਛੋਟੇ ਪ੍ਰੋਡਕਟ 'ਚ ਇਨਵੈਸਟ ਕਰ ਦਿੰਦੇ ਹੋ at a right price $1,00,000 ਤੇ ਤੁਹਾਡੀ equity 2-2.5 ਸਾਲ maybe 3 ਸਾਲਾਂ 'ਚ ਤੁਹਾਨੂੰ equity ਬਣ ਜਾਣੀ ਹੈ ਜੀ that is your down payment for your next house ਰਾਈਟ you don't have to save up pennies to ਬਹੁਤ time ਲੱਗ ਜਾਂਦਾ $2,00,000 ਇਕੱਠੇ ਕਰਦੇ ਰਾਈਟ but real estate when it starts to go it multiplies fairly quickly and that's your down payment for your next house ਰਾਈਟ so I would recommend start early and start small ਰਾਈਟ ਇੱਕ ਚੀਜ਼ ਮੈਂ ਹੋਰ ਵੀ ਬੜੀ ਦੇਖੀ ਹੈ ਜਸਕਰਨ ਜੀ ਦੈਟ ਜਿਹੜਾ ਕੈਲਗਰੀ ਦੇ ਸਰਾਊਂਡਿੰਗ ਏਰੀਆ ਫॉर ਐਗਜ਼ਾਮਪਲ ਨਵੀਂ ਸਿਟੀਜ਼ ਆ ਰਹੀਆਂ ਚੈਸਟਰਮੇਅਰ ਇਜ਼ ਫॉर ਵਨ ਆਫ ਇਟ ਦੈਨ ਏਡਰੀ ਹੈਗਾ ਫਿਰ ਮੈਂ ਇੱਕ ਲੈਂਗਡਨ ਵੀ ਸੁਣੀ ਹੈ ਦੈਟ ਇਜ਼ ਆਲਸੋ ਕਮਿੰਗ ਅਪ ਇੱਥੇ ਕਿਉਂ ਲੋਕੀ ਮੂਵ ਕਰ ਰਹੇ ਡਿਊ ਟੂ ਹਾਊਸ ਪ੍ਰਾਈਸਿੰਗਸ majorly I would say 70-30 the ratio है 70% of the people who are moving out of Calgary is because of the price ਓਕੇ ਕਾਫੀ ਵੱਡਾ ਫਰਕ ਆ ਜਾਂਦਾ ਜਦੋਂ ਤੁਸੀਂ Calgary versus Chestermere ਜਾਂ Airdrie ਕਰਦੇ ਹੋ ਓਕੇ around I would say 5 ਤੋਂ 10% ਦਾ ਫਰਕ ਪ੍ਰਾਈਸ ਦੇ ਵਿੱਚ ਆ ਜਾਂਦਾ ਓਕੇ something that right now in Calgary is let's say $500,000 ਉੱਥੇ 4.60 ਦਾ ਮਿਲ ਰਿਹਾ so 10% ਦਾ ਫਰਕ ਹੈਗਾ ਠੀਕ ਹੈ that is 70% of the people 30% of the people who are moving to smaller cities is because they want to be away from the City. big city ਓਕੇ ਰਾਈਟ ਹੁਣ ਜਿਹੜੇ ਲੋਕੀ ਇਮੀਗ੍ਰੈਂਟਸ ਦੀ ਗੱਲ ਕਰਾਂ ਜੇ ਜਿਹੜੇ ਛੋਟੇ ਸ਼ਹਿਰ ਤੋਂ ਆਏ ਹੈ ਦੇ ਵਾਂਟ ਟੂ ਹੈਵ that slow paced environment they like that ਉਹਨਾਂ ਨੂੰ ਇੰਨੀ ਹਸਲ ਬਸਲ ਨਹੀਂ ਚਾਹੀਦੀ so they like ਕਿ ਯਾਰ ਥੋੜਾ ਜਿਹਾ ਸ਼ਾਂਤ ਜਿਹਾ ਟਾਊਨ ਹੋਏ so Chestermere gives you that vibe Airdrie gives you that vibe while being very close to Calgary itself and then Langdon is mostly people ਜਾ ਰਹੇ ਕਿਉਂਕਿ Langdon ਜਾਂ Strathmore because of the lot sizes huge lots so ਤੇ affordability ਉਹਨਾਂ ਦੀ ਫਿਰ Airdrie Chestermere ਨਾਲੋਂ ਵੀ ਜ਼ਿਆਦਾ ਓਕੇ ਯਾ ਬਿਕੋਜ਼ ਜਿੰਨਾ ਤੁਸੀਂ ਦੂਰ ਜਾ ਰਹੇ ਹੋ ਉੱਥੇ ਲੈਂਡ ਵੀ ਸਸਤਾ ਮਿਲੇਗਾ ਰਾਈਟ ਲੈਂਡ ਸਸਤਾ ਹੋ ਜਾਂਦਾ ਹੈ ਘਰ ਵੱਡੇ ਹੋ ਜਾਂਦੇ ਹੈ you get that slow paced environment if you like that so right no that's a very good insights in terms of this real estate market yes ਓਕੇ ਭਾਜੀ ਹੁਣ ਮੇਰਾ ਇੱਕ ਹੋਰ ਕੁਐਸਚਨ ਸੀਗਾ ਮੈਂ ਕਿਤੇ ਆਰਟੀਕਲ ਪੜ੍ਹਿਆ ਕਿ ਕੈਨਮੋਰ ਇਜ਼ ਰੈਂਕਡ ਐਜ਼ ਨੰਬਰ 3 ਐਕਸਪੈਂਸਿਵ ਸਿਟੀ ਇਨ ਕੈਨੇਡਾ ਰਾਈਟ ਇਜ਼ ਇਟ ਰੀਅਲੀ ਟਰੂ I don't know okay probably maybe it is I've never really researched ਕਿ ਉਹ number ਕਿਹੜੇ ਚਾਹੁੰਦਾ what I can tell you is it is more expensive than Calgary oh really yeah ਉਹਦਾ ਰੀਜ਼ਨ ਹੈ ਕਿ ਉੱਥੇ ਲੈਂਡ ਕਿੰਨਾ ਘੱਟ ਹੈ ਨਾ oh small it's a very small town and then a very scenic town so a lot of people want to move there so automatically we are coming back to demand and supply ਉੱਥੇ demand ਬਹੁਤ ਜ਼ਿਆਦਾ ਹੈ ਬਟ ਸਪਲਾਈ ਜ਼ਿਆਦਾ ਹੋ ਹੀ ਨਹੀਂ ਸਕਦੀ ਕਿਉਂਕਿ ਲੈਂਡ ਬਹੁਤ ਘੱਟ ਹੈ ਓਕੇ ਕਿਉਂਕਿ ਮੈਂ ਪੜ੍ਹਿਆ ਸੀਗਾ ਕਿ ਸ਼ਾਇਦ ਟੋਰਾਂਟੋ ਵੈਨਕੂਵਰ ਇਜ਼ 1 or 2 I don't know which one is 1 or 2 third was Canmore and I saw ਕਿ ਉੱਥੇ the houses were starting from like $4-5 million not starting at $4-5 million I think ਉੱਥੇ ਟਾਊਨ ਹਾਊਸਸ ਹਜੇ ਵੀ 1.3 1.4 ਦੇ ਮਿਲ ਜਾਂਦੇ if you want to go there ਬਹੁਤ ਵੱਡਾ ਇਹ ਜੰਪ ਆਇਆ ਹੈ Airbnb ਜਾਂ ਸ਼ਾਰਟ ਟਰਮ ਰੈਂਟਲਸ ਜਦੋਂ ਸ਼ੁਰੂ ਹੋਈਆਂ ਉਸ ਤੋਂ ਬਾਅਦ Canmore ਦੀ ਮਾਰਕੀਟ ਜਾਂ Banff ਦੀ ਮਾਰਕੀਟ ਬਹੁਤ ਜ਼ਿਆਦਾ ਸਿਗਨੀਫਿਕੈਂਟਲੀ ਬੂਮ ਕੀਤੀ ਹੈ ਸੋ
a lot of investors went in because they get a huge return on investment in these scenic या touristy cities. So ਮੈਨੂੰ ਲੱਗਦਾ ਹੈ ਕਿ ਹਾਂ Toronto, Vancouver expensive ਹੈ, but Canmore is more expensive because of a completely different fact, ਕਿਉਂਕਿ ਉੱਥੇ land ਬਹੁਤ ਘੱਟ ਹੈ, ਉਹਦੇ ਵਿੱਚ investors ਬਹੁਤ ਜ਼ਿਆਦਾ ਆ ਗਏ, ਤੇ ਕਿਉਂਕਿ it is proven you cannot go wrong with Canmore. ਜਦੋਂ ਤੁਸੀਂ ਕੁਝ ਬਾਏ ਕਰੋਗੇ Airbnb ਤੇ ਲਾਓਗੇ, you will make money on it. So demand ਬਹੁਤ ਜ਼ਿਆਦਾ ਹੈ, and it's demand 12 months, right? ਕਿਉਂਕਿ summers ਦੇ ਵਿੱਚ ਤਾਂ of course ਹੈਗੀ ਹੈ demand, tourists ਆ ਰਹੇ ਹੈ, you know, you are $500-600, maybe even some cases $1,000 per night, ਤੇ ਤੁਸੀਂ ਆਪਣਾ Airbnb ਲਗਾ ਰਹੇ ਹੋ ਜੀ. But in winters over there it's a skiing heaven. So a lot of skiers would come in and your short-term rental might be gone for 2-3 months by one party, ਕਿ ਉਹਨਾਂ ਨੇ 2-3 ਮਹੀਨੇ ਲਈ ਉਹ ski ਕਰਨ ਹੀ ਆਉਂਦੇ, ਉਹਨਾਂ ਨੇ ਤੁਹਾਡਾ short-term rental ਲੈ ਲਿਆ, they might be paying you $600-800 per night ਦੇ ਹਿਸਾਬ ਨਾਲ, you're making good money, right? So that is the reason Canmore, if it is the third most, I'm not sure if it is, that's probably the reason why it is. Wow, ਨਹੀਂ ਗੱਲ ਉਹੀ ਹੈ ਨਾ, ਜੇ ਉੱਥੇ ਪ੍ਰਾਈਸਿਸ ਥੋੜੇ ਜ਼ਿਆਦਾ, ਰਿਟਰਨ ਆਫ ਇਨਵੈਸਟਮੈਂਟ ਬਹੁਤ high ਹੈ, so for investors it's very good. ਸੋ ਸਿੰਪਲ, ਮੈਂ ਉੱਥੇ ਕਈ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ ਵੀ ਦੇਖਦਾ ਜਿਹੜੇ ਚੱਲਦੇ ਪਏ ਆ ਉੱਥੇ, ਸੋ ਦੇਅਰ ਮੇ ਬੀ ਇਨਵੈਸਟਰਸ ਆਰ ਇਨਵੈਸਟਿੰਗ ਫॉर Airbnb, ਬਿਕੋਜ਼ ਮੈਂ ਇੰਨਾ ਸੁਣਿਆ ਕਿ ਐਜ਼ ਕੰਪੇਅਰ ਟੂ ਅਦਰ ਪਾਰਟਸ ਆਫ ਕੈਨੇਡਾ, ਜਿਹੜਾ ਇਹ ਇਕੱਲਾ ਨੈਸ਼ਨਲ ਪਾਰਕਸ ਹੈਗੇ ਨਾ ਜਿਹੜੇ ਕੈਨੇਡਾ ਦੇ, ਜਿੱਦਾਂ ਬੈਮ ਵਿੱਚ ਆ ਗਿਆ, ਕੈਨਮੋਰ ਆ ਗਿਆ, ਜੈਸਪਰ ਆ ਗਿਆ, ਇੱਥੇ Airbnb ਸ਼ਾਰਟ ਟਰਮ ਰੈਂਟਲ ਦੀ ਇਨਕਮ ਹੋਰ ਜ਼ਿਆਦਾ। ਹਾਂ of course ਉਹ ਜ਼ਿਆਦਾ ਹੋਏਗੀ ਕਿਉਂਕਿ ਟੂਰਿਸਟੀ ਸਪੌਟਸ ਹੈ, ਸੋ ਤੇ ਇੰਨੇ ਹੋਟਲਸ ਹੈਗੇ ਆ ਬਹੁਤ, ਬਟ ਇੰਨੇ ਜ਼ਿਆਦਾ ਨਹੀਂ ਹੈ, ਤੇ ਮੇ ਬੀ ਹੋਟਲਸ ਦੇ ਲੋਕੇਸ਼ਨ ਇਜ਼ ਨਾਟ ਐਜ਼ ਗੁੱਡ ਜਿਹੜੇ ਸਸਤੇ ਹੋਟਲਸ ਹੈ, ਸੋ ਪੀਪਲ ਆਰ ਲੁਕਿੰਗ ਫॉर ਸਮਥਿੰਗ ਦੈਟਸ ਵੈਰੀ ਐਕਸੈਸਿਬਲ, ਰੈਜ਼ੀਡੈਂਸ਼ੀਅਲ ਏਰੀਆਜ਼ ਆਰ ਯੂਜੂਅਲੀ ਮੋਰ ਐਕਸੈਸਿਬਲ, ਸੋ ਉਹ ਸਾਰਾ ਕੁਝ ਇਨਟੂ ਅਕਾਊਂਟ ਲੈ ਕੇ ਪੀਪਲ ਪ੍ਰੈਫਰ, ਹੁਣ ਵੈਸੇ ਵੀ ਚੇਂਜ ਆ ਰਿਹਾ, ਜਿਵੇਂ ਤੁਸੀਂ ਫੈਮਿਲੀ ਨਾਲ ਜਾ ਰਹੇ ਹੋ, ਯੂ ਪ੍ਰੈਫਰ ਕਿ ਯਾਰ Airbnb ਲੈ ਲੈਂਦੇ, ਪੂਰਾ ਘਰ ਮਿਲ ਜਾਂਦਾ ਤੁਹਾਨੂੰ, ਜ਼ਿਆਦਾ ਸਪੇਸ ਮਿਲ ਜਾਂਦੀ ਹੈ, ਐਂਡ ਦੈਨ ਜੇ ਬਹੁਤ ਵੱਡਾ ਤੁਸੀਂ ਗਰੁੱਪ ਲੈ ਕੇ ਜਾ ਰਹੇ ਹੋ, 3-4 ਦੋਸਤ ਇਕੱਠੇ ਜਾ ਰਹੇ ਹੋ, ਫੈਮਲੀਜ਼ ਇਕੱਠੇ ਜਾ ਰਹੇ ਹੋ, ਯੂ ਪ੍ਰੈਫਰ ਕਿ ਯਾਰ ਚੱਲ ਇੱਕ ਘਰ ਮਿਲ ਜਾਏਗਾ, ਯੂ ਨੋ ਇਟਸ ਆਲਵੇਜ਼ ਮੋਰ ਫਨ to when you are you know with your own friends, so I think wo sara kuch into account leke Airbnb definitely is a good investment option. Even in Calgary ਦੇ ਵਿੱਚ ਵੀ Airbnb is very attractive compared to somewhere like Toronto. Vancouver of course बहुत beautiful city है, but Calgary is also very touristy, so Airbnb in Calgary is also very good, right? Because it's like 45 minutes away from Canmore, right? ਕੋਈ 에어ਪੋਰਟ ਤੋਂ ਆ ਰਿਹਾ ਕੈਲਗਰੀ, ਹੀ ਮਾਈਟ ਸਟੇ देयर ਬਿਕੋਜ਼ ਉਹਨੂੰ ਪਤਾ ਅੱਗੇ ਤਾਂ ਮੈਂ 40 ਮਿੰਟ ਹੀ ਚਲਾਣਾ, 40 ਮਿੰਟ ਇਜ਼ ਐਨ ਐਵਰੇਜ ਡਰਾਈਵ ਫॉर ਐਨੀਵੇਅਰ ਯੂ ਗੋ, 30 ਮਿੰਟਸ ਤਾਂ ਹਰ ਬੰਦੇ ਨੂੰ ਲੱਗਦਾ ਹੀ ਹੈ ਕਿਸੇ ਨੂੰ ਕੰਮ ਤੇ ਜਾਣ ਵਾਸਤੇ, ਸੋ 45 ਮਿੰਟਸ ਫਰਮ ਕੈਲਗਰੀ ਟੂ ਪਲੇਸਿਸ ਲਾਈਕ ਕੈਨਮੋਰ, ਬੈਮ ਇਜ਼ ਵੈਰੀ ਐਕਸੈਸਿਬਲ ਐਜ਼ ਵੈਲ, ਜੇ ਉੱਥੇ Airbnb ਖਤਮ ਹੋ ਜਾਂਦੇ ਲੋਕੀ ਇੱਥੇ ਲੈ ਲੈਂਦੇ ਹੋਣੇ। ਯੈਸ, ਬਟ ਇੱਕ ਚੀਜ਼ ਹੋਰ ਕੈਲਗਰੀ ਨੂੰ ਅਟਰੈਕਟਿਵ ਬਣਾਉਂਦੀ ਹੈ, ਕੈਨਮੋਰ, ਬੈਨਫ, these are good cities but they are dead after 7 PM 8 PM, right? They are completely dead. So if you are somebody who likes to party and ਤੁਸੀਂ ਕੈਨਮੋਰ ਜਾਣਾ ਚਾਹੁੰਦੇ ਹੋ, ਬੈਨਫ ਜਾਣਾ ਚਾਹੁੰਦੇ ਹੋ, 8 ਵਜੇ ਤੋਂ ਬਾਅਦ there is literally nothing you can do, ਸਭ ਕੁਝ almost ਬੰਦ ਹੁੰਦਾ, right? So that's why people prefer ਕਿ ਯਾਰ ਕੈਲਗਰੀ 'ਚ ਰਹਿ ਲਓ, ਕਿ ਪਹਿਲਾਂ ਦਿਨ ਵੇਲੇ ਉੱਥੇ you know you get the nature and you look at the mountains, hiking ਕਰ ਲਓ, and then you come back to Calgary, and then Calgary the nightlife is it's better than you know at least Banff, right? And Stampede is also one of the things. Stampede time ਦਾ ਮੈਂ ਕਹਿੰਦਾ ਜਿੰਨਾ ਰੈਵਨਿਊ ਕੈਲਗਰੀ ਬਣਾ ਜਾਂਦਾ ਹੈਗਾ, ਇਟਸ ਬਈ ਬੰਦੇ US ਤੋਂ ਪਤਾ ਨਹੀਂ ਕਿੱਥੋਂ Stampede ਤੇ ਆਉਂਦੇ। Absolutely. So Calgary is very attractive for Airbnb which what I would recommend though is to buy something that's freehold. Don't go for a condominium, even if it's an apartment or a townhouse, don't go for a condo, क्योंकि वो bylaw change हो सकता है, short term rentals just like that, and then you're done. So go for a no condo fee townhouse at the minimum, and then maybe a duplex or a detached. ਰਾਈਟ, ਬਿਕੋਜ਼ ਜਿੰਨੀ ਜ਼ਿਆਦਾ ਜਗ੍ਹਾ ਉਹਨੇ, ਬਿਕੋਜ਼ ਸਾਰੇ ਘੁੰਮਣ ਮੋਸਟਲੀ ਤਾਂ ਗਰੁੱਪਸ 'ਚ ਆਉਂਦੇ ਨਾ, ਜਾਂ ਫਰੈਂਡਸ ਜਾਂ ਫੈਮਿਲੀ। ਯੈਸ, ਇਕੱਲਾ ਜਾਂ ਦੋ ਬੰਦੇ ਇਜ਼ ਵੈਰੀ ਰੇਅਰ, ਕੋਈ ਇਕੱਲਾ ਬੰਦਾ ਜਾਂ ਕੋਈ ਦੋ ਬੰਦੇ ਕਪਲ ਆ ਜਾਏ ਘੁੰਮਣ, ਮੋਸਟਲੀ ਬੰਦੇ ਦੇ ਟਰੈਵਲਿੰਗ ਇਨ ਗਰੁੱਪਸ ਬਿਕੋਜ਼ ਦੇ ਵਾਂਟ ਟੂ ਸਪੈਂਡ ਟਾਈਮ, ਉਹਨਾਂ ਵਾਸਤੇ ਆ ਜਗ੍ਹਾਵਾਂ ਇਜ਼ ਗੁੱਡ ਐਜ਼ ਵੈਲ, ਕਿ ਪੂਰਾ ਘਰ ਮਿਲ ਰਿਹਾ ਜਾਂ ਪੂਰਾ ਅਪਾਰਟਮੈਂਟ ਮਿਲ ਰਿਹਾ, ਸੋ ਦੇ ਹੈਵ ਗੁੱਡ ਸਪੇਸ, ਰਾਈਟ, ਦੇ ਕੈਨ ਕੁਕ, ਦੇ ਕੈਨ ਡੂ ਥਿੰਗਸ, ਐਬਸੋਲੂਟਲੀ, ਬੱਚਿਆਂ ਦੇ ਨਾਲ ਵੀ ਈਜ਼ੀ ਹੋ ਜਾਂਦਾ ਥੋੜਾ, ਰਾਈਟ, ਗੁੱਡ ਸਪੇਸ, ਰਾਈਟ, ਸੋ ਐਬਸੋਲੂਟਲੀ ਦੈਟ ਇਜ਼ ਕੰਸੀਡਰੇਬਲ, ਐਂਡ ਤਾਂ ਹੀ ਕਰਕੇ ਜਿਹੜੀ ਕੈਲਗਰੀ ਦੀ ਮਾਰਕੀਟ ਹੈ, ਜਾਂ I'll talk about Alberta's market, ਉਹ ਸਰਵਾਈਵ ਕਰ ਜਾਂਦੀ ਹੈ, ਬਿਕੋਜ਼ ਓਨਲੀ ਰੈਂਟਲਸ ਨਹੀਂ ਇੱਥੇ ਕੰਮ ਆਉਂਦੇ, ਸ਼ਾਰਟ ਟਰਮ ਰੈਂਟਲਸ ਵੀ ਕੰਮ ਆਉਂਦੇ ਆ। ਕਰੈਕਟ, ਦੋਨੋਂ ਚੀਜ਼ਾਂ, ਇਨਵੈਸਟਰ ਸਰਵਾਈਵ ਕਰ ਜਾਂਦਾ ਹੈ ਬਿਕੋਜ਼ ਆਫ ਦੈਟ। ਯੈਸ, ਸੋ ਦੈਟਸ ਅ ਗੁੱਡ ਪੁਆਇੰਟ ਅਬਾਊਟ ਸੈਲਿੰਗ ਇਨ ਕੈਲਗਰੀ ਐਜ਼ ਵੈਲ, ਕਿ ਲੈਟਸ ਸੇ ਤੁਸੀਂ ਰੈਂਟ ਨਹੀਂ ਕਰਨਾ, ਤੁਸੀਂ ਸ਼ਾਰਟ ਟਰਮ ਰੈਂਟਲ ਕਰ ਲਓ। ਯੈਸ,
short term rental especially in summer is very beneficial. I have people who do I have people जो month to month rent करते हैं for October to April. जी तो एक छोटी सी गेम है, दिस नॉट क्रिकेट बट ये खेलेंगे भाई, ओनली क्वेश्चन आंसर्स एंड रॉन्ग आंसर्स ओनली इज रिक्वायर्ड. तो ਤੁਸੀਂ ਸਹੀ ਆਨਸਰ ਨਹੀਂ ਦੇਣਾ, ਜੇ ਤੁਸੀਂ ਸਹੀ ਆਨਸਰ ਦੇਤਾ ਯੂ ਆਰ ਆਊਟ ਆਫ ਇਟ. Okay. ਠੀਕ ਹੈ ਜੀ, ਤਾਂ ਭਾਈ ਨੂੰ ਸ਼ੁਰੂ ਕਰਦੇ ਹਾਂ. ਪਰ ਇਹ ਪਹਿਲਾ ਕੁਐਸਚਨ, what day is today? Wednesday. How many wheels are on a car? 5. How many months in a year? 13. Is 4 between 1 and 5? No. What noise does the beeper make? Ding 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 ding. ਪਰ ਇਹ ਥੋੜਾ ਟਵਿਸਟ ਕਰਦੇ ਹਾਂ. ਮੈਂ ਤੁਹਾਨੂੰ ਕੁਐਸਚਨ ਪੁੱਛਣਾ, ਠੀਕ ਹੈ, ਤੁਸੀਂ ਉਹਦਾ ਹਾਂ ਜਾਂ ਨਾ 'ਚ ਜਵਾਬ ਨਹੀਂ ਦੇਣਾ, ਹਾਂ ਜਾਂ ਨਹੀਂ 'ਚ ਜਵਾਬ ਨਹੀਂ ਦੇਣਾ, ਜਾਂ ਨਾ ਨਹੀਂ ਕੁਝ ਨਹੀਂ ਕਰਨਾ ਉਹ 'ਚ, ਠੀਕ ਹੈ? ਓਕੇ. ਪਰ ਕਦੀ ਤੁਸੀਂ ਆਪਣੇ ਮਮ ਡੈਡ ਨੂੰ ਝੂਠ ਬੋਲ ਕੇ ਬਾਹਰ ਘੁੰਮਣ ਗਏ? ਬਹੁਤ ਵਾਰੀ ਗਿਆ, ਹਾਂ. ਔਖੀ ਹੈਗੀ. ਓਕੇ. ਪਰ ਕਦੀ ਤੁਸੀਂ ਆਪਣੇ ਮੈਰਿਡ ਲਾਈਫ ਤੋਂ ਪਹਿਲੇ ਸਹੇਲੀ ਦਾ ਬਰਥਡੇ ਵਗੈਰਾ ਭੁੱਲ ਜਾਂਦਾ ਹੁੰਦਾ ਸੀ ਪਹਿਲਾਂ, ਮੈਂ ਹੁਣੇ ਵੀ ਭੁੱਲ ਜਾਂਦਾ. ਸਹੇਲੀ ਤੇ ਨਹੀਂ, ਵਾਈਫ ਤੇ. ਓਕੇ ਠੀਕ ਹੈ. ਪਰ ਜੋ ਛੋਟੇ ਹੁੰਦੇ ਸੀਗੇ 10ਵੀਂ 12ਵੀਂ ਵਿੱਚ ਟਿਊਸ਼ਨ ਦਾ ਟਾਈਮ ਸੀਗਾ, ਕੁੜੀਆਂ ਨੂੰ ਇੰਪ੍ਰੈਸ ਕਰਨ ਵਾਸਤੇ ਗੇੜੇ ਮਾਰੇ ਯਾਰਾਂ ਦੋਸਤਾਂ ਨਾਲ? ਉਹ ਤਾਂ ਬੜਾ ਅੱਛਾ ਟਾਈਮ ਯਾਦ ਕਰਾਤਾ ਯਾਰ. ਬਿਲਕੁਲ ਮਾਰੇ ਆ, ਬਹੁਤ ਗੇੜੇ ਮਾਰੇ ਆ. ਕਿਤੇ ਮੋਡਲ ਟਾਊਨ ਵਾਲੇ ਪਾਸੇ ਮਾਰੇ? ਮੋਡਲ ਟਾਊਨ ਵੀ ਮਾਰੇ ਹੈ, ਆਦਰਸ਼ ਨਗਰ ਵੀ ਮਾਰੇ ਹੈ, ਸਾਰਾ ਜਲੰਧਰ ਸ਼ਹਿਰ ਹੀ ਮਾਰਿਆ. ਮੈਂ ਹਾਂ ਜਾਂ ਨਾ ਨਹੀਂ ਬੋਲਾਂਗਾ. You can keep trying. ਭਾਜੀ ਤੁਸੀਂ ਅੱਜ ਪਰਪਲ ਕਲਰ ਦਾ ਕੋਟ ਪਾਇਆ? ਕੋਟ ਮੇਰੇ ਕੋਲ ਬਹੁਤ ਹੈ, ਅੱਜ ਮੈਂ ਆਪਣਾ ਫੇਵਰੇਟ ਕਲਰ ਪਾਇਆ. ਗੁੱਡ ਆਨਸਰ ਭਾਜੀ, ਵੈਰੀ ਗੁੱਡ ਵੈਰੀ ਗੁੱਡ. ਭਾਜੀ ਤੁਹਾਡਾ ਟਰੱਕ ਬਲੈਕ ਕਲਰ ਦਾ? ਉੱਦਾਂ ਤਾਂ ਮੇਰਾ ਫੇਵਰੇਟ ਕਲਰ ਬਲੂ ਹੈ, ਬਟ ਮੇਰਾ ਟਰੱਕ ਬਲੈਕ ਕਲਰ ਦਾ. ਓਕੇ. ਭਾਜੀ ਤੁਹਾਨੂੰ ਖਾਣ 'ਚ ਗੋਲ ਗੱਪੇ ਪਸੰਦ ਹੈ? ਗੋਲ ਗੱਪੇ ਮੈਂ ਨਾ ਪਸੰਦ ਕਰਦਾ, ਮੈਂ ਨਹੀਂ ਬੋਲਣ ਲੱਗਾ. ਭਾਜੀ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੈਗੇ ਹੋ ਭਟੂਰਿਆਂ ਦੇ? ਪਹਿਲੇ ਸੀਗਾ, ਹੁਣ ਘੱਟ ਆ. ਚਲੋ ਭਾਜੀ ਇਹਨੂੰ ਆਪਾਂ ਰੈਪ ਕਰਦੇ ਹਾਂ, ਬਟ ਤੁਸੀਂ ਬਹੁਤ ਅੱਛਾ ਆਪਣੇ ਆਪ ਨੂੰ ਸੇਵ ਕੀਤਾ. ਦੈਟ ਵਾਸ ਵੈਰੀ ਗੁੱਡ ਐਟ ਯੂਰ ਪਾਰਟ. ਥੈਂਕ ਯੂ. ਗੁੱਡ. ਬਟ ਇੰਨਾ ਪਤਾ ਲੱਗ ਗਿਆ ਤੁਸੀਂ ਬਰਥਡੇ ਭੁੱਲ ਜਾਂਦੇ ਵਾਈਫ ਦੇ. ਵਾਈਫ ਦੇ ਨਹੀਂ ਭੁੱਲਦਾ, ਉਹ ਯਾਦ ਕਰਾ ਦਿੰਦੀ ਹੈ. ਚਲੋ ਸੋ ਭਾਜੀ ਹੁਣ ਆਪਾਂ ਮੋਸਟਲੀ ਪੋਡਕਾਸਟ ਨੂੰ ਰੈਪ ਅਪ ਕਰਦੇ ਹਾਂ. ਭਾਜੀ ਇੱਕ ਲਾਸਟ ਕੁਐਸਚਨ ਬਿਫੋਰ ਵੀ ਐਂਡ ਦਿਸ ਪੋਡਕਾਸਟ. ਕਾਫੀ ਬੰਦੇ ਰੀਅਲ ਐਸਟੇਟ ਲਾਇਸੈਂਸ ਲੈਂਦੇ ਬਟ ਹਰ ਬੰਦਾ ਸਕਸੈਸਫੁਲ ਨਹੀਂ ਹੋ ਪਾਉਂਦਾ. ਉਹਦਾ ਰੀਜ਼ਨ ਆ ਹੈਗਾ ਦੈਟ ਦੇ ਡੋਂਟ ਗੈਟ ਅ ਪ੍ਰੋਪਰ ਗਾਈਡੈਂਸ, ਕਿ ਉਹ ਗਿਵ ਅਪ ਕਰ ਦਿੰਦੇ ਆ ਤੇ ਕਲਾਇੰਟ ਸੇ ਕੰਮ ਨਹੀਂ ਕਰਦੇ. ਕੀ ਰੀਜ਼ਨ ਆ ਉਹਦਾ? ਮੋਸਟਲੀ ਨਿਊ ਏਜੰਟਸ ਗਿਵ ਅਪ ਕਰਦੇ ਕਿਉਂਕਿ ਉਹਨਾਂ ਕੋਲ ਕੰਮ ਨਹੀਂ ਹੁੰਦਾ. ਓਕੇ. ਸੋ ਇੰਟੈਂਸ਼ਨ ਜਦੋਂ ਤੁਸੀਂ ਕੁਛ ਬਿਜ਼ਨਸ ਸਟਾਰਟ ਕਰਦੇ ਹੋ, ਤੁਹਾਡੀ ਇਨਵੈਸਟਮੈਂਟ ਕਰਦੇ ਹੋ, ਟਾਈਮ ਲਾਉਂਦੇ ਹੋ, ਹਰ ਬੰਦੇ ਦੀ ਇਹੀ ਇੰਟੈਂਸ਼ਨ ਹੁੰਦੀ ਹੈ ਕਿ ਅਸੀਂ ਇਹਦੇ ਵਿੱਚ ਵਧੀਆ ਕਰਾਂਗੇ ਜੀ. ਬਟ ਤੁਸੀਂ ਕੋਈ ਵੀ ਚੀਜ਼ ਕੁਇਟ ਤਾਂ ਕਰਦੇ ਹੋ ਕਿਉਂਕਿ ਤੁਹਾਡੇ ਕੋਲ ਇਨਫ ਕੰਮ ਹੀ ਨਹੀਂ ਹੁੰਦਾ. ਯੂ ਆਰ ਨਾਟ ਬਿਜ਼ੀ. ਰਾਈਟ. ਸੋ yeah, that answers the question. You are not busy. Right. So mainly कहना मतलब you have to be patient enough to get into the things and wait for the closings to happen. मैं बहुत एक phrase use करता हूँ ना. Okay. कि you have to be aggressively patient. Okay. You have to be aggressive with your daily tasks. जो ਤੁਹਾਡੀ daily calling ਹੈ, ਜੋ ਤੁਸੀਂ prospecting ਕਰਨੀ ਹੈ, ਉਹਦੇ ਵਿੱਚ ਤੁਸੀਂ ਬਹੁਤ aggressive ਚਾਹੀਦੇ ਹੋ. Okay. And then you have to be patient for the long term. Okay. ਕਿ ਰਿਜ਼ਲਟਸ ਆਉਣ ਨੂੰ ਤੁਹਾਨੂੰ 2 ਸਾਲ 3 ਸਾਲ ਲੱਗਣਗੇ. So you have to be patient, but don't be patient daily. ਕਿ ਵੀ ਤੁਸੀਂ ਡੇਲੀ ਬਹਿ ਜਾਓ ਕਿ ਹਾਂਜੀ ਪੇਸ਼ੈਂਸ ਚਾਹੀਦੀ ਹੈ, ਮੇਰਾ ਬਿਜ਼ਨਸ ਆਪੇ ਵਧੇਗਾ. ਉਹ ਪੇਸ਼ੈਂਸ ਨਹੀਂ ਸਾਨੂੰ ਚਾਹੀਦੀ. ਡੇਲੀ ਵਿੱਚ we have to be very very aggressive, more aggressive than the other realtor to make it into this business because it's very competitive. Right. But then ਜੇ ਤੁਸੀਂ ਇੰਨੇ aggressive ਹੋ, it's very tough to slow down and see ਕਿ ਯਾਰ ਠੀਕ ਹੈ ਮੈਂ ਹਜੇ ਨਵਾਂ ਹੀ ਹਾਂ, ਮੈਨੂੰ ਥੋੜਾ ਟਾਈਮ ਲੱਗੇਗਾ. ਉਸ ਪਰਸਪੈਕਟਿਵ 'ਚ ਪੇਸ਼ੈਂਸ ਹੋਣੀ ਜ਼ਰੂਰੀ ਹੈ. ਰਾਈਟ. ਨਹੀਂ ਭਾਜੀ ਬਹੁਤ ਅੱਛਾ ਤੁਸੀਂ ਐਗਜ਼ਾਮਪਲ ਦਿੱਤਾ. ਆਈ ਹੋਪ ਕਿ ਕਾਫੀ ਬੰਦੇ ਤੁਹਾਡੀ ਬ੍ਰੋਕਰੇਜ ਦੇ ਵਿੱਚ ਵੀ ਜਿਹੜੇ ਨਵੇਂ ਏਜੰਟ ਜੁਆਇਨ ਕਰ ਰਹੇ ਆ, ਯੂ ਆਰ ਗਾਈਡਿੰਗ ਦੈਮ ਕੁਆਈਟ ਵੈਲ ਇਨ ਟਰਮਸ ਆਫ ਦੈਟ. ਤੇ ਆਈ ਹੋਪ ਯੂ ਭਾਜੀ all the very best for your brokerage as well and all the new agents that wants to come into real estate. Baki ਭਾਜੀ thank you so much for the podcast today. We had very insightful talks and I hope ਕਿ ਤੁਸੀਂ ਹੁਣ ਬੜੇ ਯਾਦ ਰੱਖੋਗੇ. I'll try my best. ਚਲੋ ਭਾਜੀ, thank you so much.